ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556 600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB ਟਰੱਕ ਰਿਪੇਅਰ, ਯੂਬਾ ਸਿਟੀ, ਸਰਟੀਫਾਈਡ ਕਿਊਮਿਨਸ, ਡੈਟਰੋਇਟ ਫ੍ਰੀਟਲਾਈਨਰ, ਵੈਸਟਰਨ ਸਟਾਰ, ਵੋਲਵੋ, ਕੈਟਰਪਿਲਰ ਅਤੇ ਸੀਰੀਜ਼ 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੀਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਾਮਾਂ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਟਰਾਂਸ ਕੈਨੇਡਾ ਚੱਲਣ ਵਾਲੇ ਵੀਰ ਇਹ ਨੋਟ ਕਰਨ ਕਿ ਅਕਾਲ ਟਰੱਕ ਐਂਡ ਟ੍ਰੇਲਰ ਹੁਣ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ 'ਤੇ ਸ਼ਿਫਟ ਹੋ ਗਿਆ ਜੀ। ਇੱਥੇ ਤੁਹਾਨੂੰ ਹੁਣ ਐਡੀਸ਼ਨਲ ਸਰਵਿਸਿਜ਼ ਜਿਹੜੀਆਂ ਨੇ, ਸੈਮੀ ਵਾਸ਼, ਜਿਹੜਾ ਸੈਮੀ ਦੇ ਲਈ ਵਾਸ਼ ਹੈ, ਕੁਇਕ ਟਰੱਕ ਲਿਊਬ ਦੇ ਨਾਲ ਪਾਰਕਿੰਗ ਦੀ ਸਹੂਲਤ ਵੀ ਹੈ। ਬਲਤੇਜ ਸਿੰਘ ਪਨੇਸਰ ਹੋਰਾਂ ਨਾਲ 204 459 2000 'ਤੇ ਕਾਲ ਕਰ ਸਕਦੇ ਹੋ। ਓਨਰ, ਆਪਰੇਟਰ ਅਤੇ ਡਰਾਈਵਰ ਜੋ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਅਤੇ ਲੋਕਲ ਹੀ ਕੰਮ ਚਾਹੁੰਦੇ ਨੇ ਤਾਂ ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਤੁਹਾਨੂੰ ਲੋਕਲ ਏਰੀਆ ਜੋਬ ਦਿੰਦੀ ਹੈ। ਸੰਪਰਕ ਕਰੋ ਗੁਰਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 206 354 4060 ਜਾਂ ਜਗਦੇਵ ਸੰਧੂ ਹੋਰਾਂ ਨਾਲ 253 266 6924। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਆਕਸੀਜਨ ਤਾਂ ਕਹਿੰਦੇ ਵੈਸੇ ਬੜੀ ਜ਼ਰੂਰੀ ਹੈ। ਭਾਰਤ ਆਕਸੀਜਨ ਨਾਲ ਜੂਝ ਰਿਹਾ। ਪਿਛਲੇ ਸਾਲ ਕਰੋੜਾਂ ਟਨ ਜਿਹੜੀ ਹੈ ਆਕਸੀਜਨ ਬਾਹਰਲੇ ਦੇਸ਼ਾਂ 'ਚ ਵੇਚ ਦਿੱਤੀ ਗਈ। ਕਿਤੇ ਲੀਕ ਹੋ ਰਹੀ ਹੈ, ਕਿਤੇ ਘਾਟ ਹੋ ਰਹੀ ਹੈ। ਕੀ ਕਹੋਗੇ? ਦੇਖੋ, ਗੱਲ ਇਹ ਹੈ, ਕੱਲ੍ਹ ਮਹਾਰਾਸ਼ਟਰ ਦੇ ਨਾਸਿਕ ਦੇ ਵਿੱਚ ਇੱਕ ਮਿਊਨਿਸਪਲ ਕਾਰਪੋਰੇਸ਼ਨ ਦਾ ਹੌਸਪੀਟਲ ਹੈ ਜਿਹਦਾ ਨਾਂ ਹੈ ਡਾਕਟਰ ਜ਼ਾਕਿਰ ਹੁਸੈਨ ਦੇ ਜੀ। ਉਸ ਹੌਸਪੀਟਲ ਦੇ ਵਿੱਚ
ਕੋਵਿਡ ਦੇ ਕਾਫੀ ਸਾਰੇ ਮਰੀਜ਼ ਸੀ ਜੀ ਜਿਹੜੇ ਵੈਂਟੀਲੇਟਰ ਤੇ ਪਏ ਹੋਏ ਸੀ, ਔਰ ਜੋ ਮਰੀਜ਼ ਵੈਂਟੀਲੇਟਰ ਤੇ ਹੁੰਦਾ ਉਹਨੂੰ ਆਕਸੀਜਨ ਜ਼ਰੂਰੀ ਹੁੰਦੀ ਹੈ। ਆਕਸੀਜਨ ਤੋਂ ਬਗੈਰ ਉਹ ਬਚ ਹੀ ਨਹੀਂ ਸਕਦਾ ਜੀ। ਸੋ ਉੱਥੇ ਦੁਪਹਿਰ ਵੇਲੇ ਜਦੋਂ ਆਕਸੀਜਨ ਦੀ ਕੋਈ ਅਦਲਾ ਬਦਲੀ ਕਰਨ ਲੱਗੇ, ਉਸ ਵੇਲੇ ਆਕਸੀਜਨ ਜਿਹੜੀ ਲੀਕ ਹੋ ਗਈ। ਲੀਕ ਹੋਣ ਦੇ ਨਾਲ ਪ੍ਰੈਸ਼ਰ ਇੰਨਾ ਜ਼ਿਆਦਾ ਘਟ ਗਿਆ ਜੀ ਕਿ ਮਰੀਜ਼ਾਂ ਨੂੰ ਜਿਹੜੀ ਆਕਸੀਜਨ ਜਾਣੀ ਚਾਹੀਦੀ ਸੀ ਸਾਹ ਦਬਾਉਣ ਵਾਸਤੇ, ਉਹ ਨਾ ਜਾ ਸਕੀ। ਸ਼ੁਰੂ ਦੇ ਵਿੱਚ ਖਬਰ ਆਈ ਕਿ 11 ਬੰਦਿਆਂ ਦੀ ਮੌਤ ਹੋ ਗਈ, ਫਿਰ ਆਈ ਕਿ 22 ਦੀ ਹੋ ਗਈ ਜੀ। ਬਾਅਦ ਦੇ ਵਿੱਚ ਡਿਪਟੀ ਕਮਿਸ਼ਨਰ ਜਿਹੜੇ ਹੈਗੇ ਉਸ ਇਲਾਕੇ ਦੇ, ਉਹਨਾਂ ਨੇ ਕਿਹਾ ਜੀ 24 ਬੰਦਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ। ਇਹਨੂੰ ਜੇ ਹੁਣ ਅਸੀਂ ਦੇਖੀਏ ਤਾਂ ਇਹ ਮਨੁੱਖੀ ਲਾਪਰਵਾਹੀ ਵੀ ਹੈ ਜੀ, ਇਹਦੇ ਵਿੱਚ ਤਕਨੀਕੀ ਕੋਈ ਖਰਾਬੀ ਵੀ ਹੋ ਸਕਦੀ ਹੈ। ਲੇਕਿਨ ਜਿਹੜੇ ਭਾਰਤ ਦੀ ਹਾਲਤ ਇਹ ਹੈ ਜੀ ਕਿ ਉਹ ਕਹਿੰਦਾ ਮੈਂ ਮੰਗਲ ਤਾਰੇ ਤੱਕ ਪਹੁੰਚਣਾ ਹੈ। ਇਸਰੋ ਵਰਗੇ ਜਿਹਦੇ ਕੋਲ ਐਡੇ ਵੱਡੇ ਵੱਡੇ ਪ੍ਰੋਜੈਕਟ ਹੈ, ਕੀ ਉਹ ਆਪਣੇ ਹਸਪਤਾਲਾਂ ਦੀ ਹਾਲਤ ਇੰਨੀ ਵੀ ਸੁਧਾਰ ਨਹੀਂ ਸਕਦੇ ਕਿ ਮਰੀਜ਼ਾਂ ਨੂੰ ਜਿਹੜੀ ਆਕਸੀਜਨ ਜਾਂਦੀ ਹੈ ਤੇ ਉਸ ਆਕਸੀਜਨ ਦੇ ਇੰਨੇ ਜਿਹੜੇ ਠੋਸ ਪ੍ਰਬੰਧ ਹੋਣ, ਉਹਦੇ ਵਿੱਚ ਕਿਸੇ ਕਿਸਮ ਦੀ ਗੜਬੜ ਨਾ ਹੋਵੇ। ਹੁਣ 24 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ, 24 ਲਾਸ਼ਾਂ ਤੇ 24 ਸਿਵੇ ਜੀ, ਤੇ ਅੰਦਾਜ਼ਾ ਲਾਓ ਤੁਸੀਂ, ਜੇ ਆਪਾਂ ਮਹਾਰਾਸ਼ਟਰ ਦੀ ਹਾਲਤ ਦੇਖੀਏ, ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਤਸਵੀਰਾਂ ਆ ਰਹੀਆਂ ਅਖਬਾਰਾਂ ਦੇ ਵਿੱਚ, ਸੋਸ਼ਲ ਮੀਡੀਆ ਤੇ ਜਾਂ ਇਲੈਕਟ੍ਰੋਨਿਕ ਮੀਡੀਆ ਤੇ ਜੀ, ਉਹਦੇ ਤੇ ਤੁਸੀਂ ਦੇਖੋ ਕਿ ਤੁਹਾਨੂੰ ਸੜਕਾਂ ਦੇ ਉੱਤੇ ਲਾਸ਼ਾਂ ਦੇ ਜਿਹੜੇ ਹੈਗੇ ਆ ਲਾਈਨਾਂ 'ਚ ਲੱਗੀਆਂ ਪਈਆਂ ਜੀ, ਵਾਰੀ ਨਹੀਂ ਆ ਰਹੀ ਸ਼ਮਸ਼ਾਨ ਘਾਟ ਦੇ ਵਿੱਚ ਕਿ ਉਹਨਾਂ ਨੂੰ ਕਿੱਥੇ ਉਹਨਾਂ ਦਾ ਸੰਸਕਾਰ ਕੀਤਾ ਜਾਵੇ। ਜਾਂ ਜੇ ਦੂਜੇ ਧਰਮ ਵਾਲੇ ਲੋਕ ਹੈ ਜਿਹੜੇ ਦਫਨਾਉਂਦੇ ਹੈ, ਕਬਰਸਤਾਨਾਂ ਦੇ ਵਿੱਚ ਉਹਨਾਂ ਵਾਸਤੇ ਜਗ੍ਹਾ ਹੈ ਨਹੀਂ ਜੀ। ਮੈਨੂੰ ਤਾਂ ਇਹੋ ਲੱਗਦਾ ਦਾਨੇ ਵਾਲੀਆ ਸਭ, ਜਿਵੇਂ ਆਪਾਂ ਸੁਣਦੇ ਹੁੰਦੇ ਆ ਪੁਰਾਣੇ ਬਜ਼ੁਰਗਾਂ ਤੋਂ ਕਿ ਇੱਕ ਵਾਰੀ ਪਲੇਗ ਫੈਲੀ ਸੀ ਤੇ ਪਲੇਗ ਵਾਲੀ ਹਾਲਤ ਹੈ ਜਿਹੜੀ ਹੁਣ ਇੰਡੀਆ ਦੀ ਬਣੀ ਪਈ ਹੈ। ਪਰ ਵੱਡੀ ਗੱਲ ਇਹ ਹੈ ਕਿ ਆਕਸੀਜਨ, ਇੱਕ ਤਾਂ ਚਲੋ ਮਨੁੱਖੀ ਗਲਤੀ ਕਰ ਲਓ, ਆਪਾਂ ਤਕਨੀਕੀ ਨੁਕਸ ਕਰ ਲਓ, ਇਹ ਆਕਸੀਜਨ ਲੀਕ ਹੋ ਗਈ, ਬੰਦੇ ਤਾਂ ਮਰ ਗਏ। ਤੇ ਬਹੁਤ ਸਾਰੇ ਹਸਪਤਾਲ ਤਾਂ ਅਜਿਹੇ ਹੈ ਜਿੱਥੇ ਆਕਸੀਜਨ ਦੀ ਸਪਲਾਈ ਹੀ ਨਹੀਂ ਹੋ ਰਹੀ ਬਿਲਕੁਲ, ਤੇ ਬੰਦੇ ਉੱਥੇ ਵੀ ਮਰ ਰਹੇ। ਕੱਲ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦੇ ਉੱਤੇ ਵਿਚਾਰ ਕੀਤਾ ਦਿੱਲੀ ਹਾਈ ਕੋਰਟ ਨੇ, ਔਰ ਕੱਲ ਤੁਹਾਨੂੰ ਪਤਾ ਕਿ ਰਾਮ ਨੌਮੀ ਦੀ ਛੁੱਟੀ ਸੀ ਜੀ, ਪਰ ਮਾਮਲਾ ਬੜਾ ਗੰਭੀਰ ਸੀ। ਇਸ ਲਈ ਦਿੱਲੀ ਹਾਈ ਕੋਰਟ ਦੇ ਇੱਕ ਡਿਵੀਜ਼ਨ ਬੈਂਚ ਨੇ ਕੱਲ ਛੁੱਟੀ ਵਾਲੇ ਦਿਨ ਜਿਹੜੀ ਸੁਣਵਾਈ ਕੀਤੀ। ਔਰ ਇਹ ਪਟੀਸ਼ਨ ਕਿਹਨੇ ਦਾਇਰ ਕੀਤੀ ਸੀ ਜੀ? ਇਹ ਪਟੀਸ਼ਨ ਦਾਇਰ ਕੀਤੀ ਸੀਗੀ ਮੈਕਸ ਹਸਪੀਟਲ ਵਾਲਿਆਂ ਨੇ ਜੀ। ਉਹਨਾਂ ਨੇ ਕਿਹਾ ਜੀ ਵੀ ਸਾਨੂੰ ਜਿਹੜੀ ਹੈਗੀ ਆ ਆਕਸੀਜਨ ਨਹੀਂ ਮਿਲ ਰਹੀ, ਮਰੀਜ਼ ਕਾਫੀ ਪਏ ਆ, ਅਸੀਂ ਇਹਨਾਂ ਮਰੀਜ਼ਾਂ ਨੂੰ ਬਚਾਈਏ ਤਾਂ ਬਚਾਈਏ ਕਿਵੇਂ? ਜੀ। ਭਾਰਤ ਸਰਕਾਰ ਦਾ ਜਿਹੜਾ ਸੋਲਿਸਿਟਰ ਜਨਰਲ ਹੈ ਤੁਸ਼ਾਰ ਮਹਿਤਾ ਸਾਹਿਬ, ਇਹ ਮਤਲਬ ਤੁਸ਼ਾਰ ਮਹਿਤਾ ਹੋ ਗਿਆ, ਅਤੁਲ ਨੰਦਾ ਹੋ ਗਿਆ, ਬਸ ਇਹ ਤਾਂ ਹੀਰੇ ਨੇ। ਇਹ ਹੀਰੇ ਹੈ ਵੱਖੋ ਵੱਖ ਸਰਕਾਰਾਂ ਵਾਸਤੇ। ਪੰਜਾਬ ਦੀ ਸਰਕਾਰ ਵਾਸਤੇ ਅਤੁਲ ਨੰਦਾ ਤੇ ਭਾਰਤ ਦੀ ਸਰਕਾਰ ਵਾਸਤੇ ਜਿਹੜਾ ਹੈਗਾ ਤੁਸ਼ਾਰ ਮਹਿਤਾ ਹੈ। ਤੁਸ਼ਾਰ ਮਹਿਤਾ ਕਹਿੰਦਾ ਹਾਂਜੀ ਇੰਤਜ਼ਾਮ ਅਸੀਂ ਕਰੀ ਜਾਂਦੇ ਹਾਂ, ਪਰ ਮਾਣਯੋਗ ਹਾਈ ਕੋਰਟ ਨੇ, ਦਿੱਲੀ ਹਾਈ ਕੋਰਟ ਨੇ, ਮੈਂ ਤਾਰੀਫ ਕਰਦਾ ਜਿਹੜੇ ਸਖਤ ਸ਼ਬਦ ਉਹਨਾਂ ਨੇ ਇਸਤੇਮਾਲ ਕੀਤੇ ਨਹੀਂ ਕਰ ਸਕਦਾ। ਉਹ ਕਹਿੰਦੇ ਉਧਾਰ ਲਓ, ਚੋਰੀ ਕਰੋ, ਡਾਕਾ ਮਾਰੋ, ਸਾਨੂੰ ਨਹੀਂ ਇਸ ਗੱਲ ਦਾ। ਤਾਂ ਹੀ ਉਹ ਪਿੱਟੀ ਜਾਂਦਾ ਨਾ ਤੁਹਾਡਾ ਇੱਥੋਂ ਵਾਲਾ ਹਰਿਆਣੇ ਵਾਲਾ ਮਿਨਿਸਟਰ, ਕਹਿੰਦਾ ਸਾਡਾ ਆਕਸੀਜਨ ਦਾ ਟੈਂਕਰ ਹੀ ਕਹਿੰਦੇ ਲੁੱਟ ਲਿਆ ਦਿੱਲੀ ਵਾਲਿਆਂ ਨੇ। ਕਹਿੰਦੇ ਚਲੋ ਉਹ ਤਾਂ ਟੈਂਕਰ ਵਾਲੀ ਤਾਂ ਗੱਲ ਅਲੱਗ ਰਹੇਗੀ ਨਾ, ਜਿਹੜੀ ਅਦਾਲਤ ਕਹਿੰਦੀ ਹੈ ਕਿ ਕਿਸ ਤੋਂ ਤੁਸੀਂ ਉਧਾਰ ਲਓ, ਡਾਕਾ ਮਾਰੋ, ਚੋਰੀ ਕਰੋ, ਸਾਨੂੰ ਨਹੀਂ ਇਸ ਗੱਲ ਦਾ ਪਤਾ। ਇਹ ਜਿਹੜੀ ਹੈਗੀ ਆ ਹਰ ਬੰਦੇ ਦਾ ਜਿਉਂਦਾ ਰਹਿਣਾ ਜ਼ਰੂਰੀ ਹੈ ਜੀ, ਔਰ ਇਹ ਹਰ ਬੰਦੇ ਦਾ ਇੱਕ ਫੰਡਾਮੈਂਟਲ ਰਾਈਟ ਹੈ ਕਿ ਉਹਨੂੰ ਟ੍ਰੀਟਮੈਂਟ ਮਿਲੇ। ਤੇ ਟ੍ਰੀਟਮੈਂਟ ਵਾਸਤੇ ਆਕਸੀਜਨ ਦਾ ਪ੍ਰਬੰਧ ਕਿਹਨੇ ਕਰਨਾ ਜੀ? ਇਹ ਆਕਸੀਜਨ ਦਾ ਪ੍ਰਬੰਧ ਸਰਕਾਰ ਨੇ ਕਰਨਾ, ਸਰਕਾਰ ਦੀ ਜ਼ਿੰਮੇਵਾਰੀ, ਇਹਨੂੰ ਕਰੋ। ਔਰ ਇਹਦੇ ਨਾਲ ਹੀ ਇਕੱਲੀ ਇੱਥੇ ਨਹੀਂ ਹੋਈ, ਜਿਵੇਂ ਤੁਹਾਡਾ ਉੱਥੇ ਬੰਬੇ ਦੇ ਵਿੱਚ ਵੀ ਹੋਈ ਹੈ। ਬੰਬੇ ਹਾਈ ਕੋਰਟ ਦੇ ਜਿਹੜਾ ਤੁਹਾਡਾ ਜਿਹੜਾ ਨਾਗਪੁਰ ਬੈਂਚ ਹੈ, ਨਾਗਪੁਰ ਬੈਂਚ ਨੇ ਵੀ ਇਸ ਗੱਲ ਦੇ ਉੱਤੇ ਕੀਤੀ। ਇੱਕ ਦਵਾਈ ਹੈ, ਉਹ ਦਵਾਈ ਜਿਹੜੀ ਮਿਲ ਨਹੀਂ ਰਹੀ, ਉਹ ਕਹਿੰਦੇ ਦਵਾਈ ਦਾ ਇੰਤਜ਼ਾਮ ਕੌਣ ਕਰੂਗਾ? ਇਹ ਦਵਾਈ ਦਾ ਇੰਤਜ਼ਾਮ ਵੀ ਸਰਕਾਰਾਂ ਨੂੰ ਕਰਨਾ ਪੈਣਾ, ਚਾਹੇ ਸੈਂਟਰ ਦੀ ਸਰਕਾਰ ਹੈ ਤੇ ਚਾਹੇ ਉਹ ਸੂਬੇ ਦੀ ਸਰਕਾਰ ਹੈ। ਤੇ ਹੁਣ ਜੇ ਆਪਾਂ ਦੇਖੀਏ ਜਿਹੜੀ ਆਕਸੀਜਨ ਦੀ ਗੱਲ, ਵੀ ਆਕਸੀਜਨ ਦੀ ਸਥਿਤੀ ਕੀ ਹੈ? ਆਕਸੀਜਨ ਇੱਕ ਅਜਿਹੀ ਗੈਸ ਹੈ ਜਿਹਦੇ ਬਗੈਰ ਬੰਦਾ ਬਚ ਨਹੀਂ ਸਕਦਾ ਜੀ, ਜਿਉਂਦਾ ਰਹਿਣ ਵਾਸਤੇ ਜ਼ਰੂਰੀ ਹੈ। ਜੇ ਸਾਡੇ ਜਿਹੜੇ ਵਾਤਾਵਰਨ ਪ੍ਰੇਮੀ ਹੈ ਜਾਂ ਜਿਹੜੇ ਜੰਗਲਾਤ ਦੇ ਮਾਹਰ ਹੈ, ਉਹ ਇਸ ਗੱਲ ਦੇ ਉੱਤੇ ਪ੍ਰੈਸ਼ਰ ਬਿਲਡ ਕਰਦੇ ਹੈ, ਦਬਾਅ ਬਣਾਉਂਦੇ ਹੈ ਕਿ ਸਾਨੂੰ ਵੱਡੀ ਤਾਦਾਦ ਦੇ ਵਿੱਚ ਦਰਖਤ ਲਾਉਣੇ ਚਾਹੀਦੇ ਨੇ। ਉਹ ਤਾਂ ਹੈ ਕਿ ਕੋਈ ਦਰਖਤ ਜਿਹੜੇ ਹੈਗੇ ਹੈ ਉਹ ਆਕਸੀਜਨ ਜਿਹੜੀ ਹੈਗੀ ਹੈ, ਕਾਰਬਨ ਡਾਈਆਕਸਾਈਡ ਉਹ ਇਸਤੇਮਾਲ ਕਰਦੇ ਹੈ ਜੀ, ਤੇ ਆਕਸੀਜਨ ਛੱਡਦੇ ਹੈ।
ਆਮ ਤੌਰ ਦੇ ਉੱਤੇ ਤੁਸੀਂ ਦਾਣੇ ਵਾਲੀਆ ਸਾਹਿਬ ਦੇਖਿਆ ਹੋਣਾ, ਪੁਰਾਣੇ ਜ਼ਮਾਨੇ ਦੇ ਵਿੱਚ ਹੁਣ ਵੀ ਬਹੁਤ ਸਾਰੇ ਥਾਵਾਂ ਤੇ ਪਿੱਪਲ ਲੱਗੇ ਹੁੰਦੇ ਆ। ਬਿਲਕੁਲ ਲੋਕ ਪਿੱਪਲਾਂ ਦੀ ਪੂਜਾ ਕਰਦੇ ਆ। ਉਹ ਇਸੇ ਕਰਕੇ ਕਰਦੇ ਸੀ। ਪਿੱਪਲ ਦੀ ਪੂਜਾ ਕਿਉਂ ਕਰਦੇ ਆ? ਕਿਉਂਕਿ ਪਿੱਪਲ ਇੱਕ ਅਜਿਹਾ ਦਰਖਤ ਹੈ ਜਿਹੜਾ 24 ਘੰਟੇ ਜਿਹੜੀ ਹੈਗੀ ਆ ਆਕਸੀਜਨ ਛੱਡਦਾ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਕਹਿੰਦੇ ਹੁੰਦੇ ਸੀ ਪਿੱਪਲ ਨੂੰ ਮੱਥਾ ਟੇਕੋ। ਮੱਥਾ ਟੇਕਣ ਦਾ ਮਤਲਬ ਸੀ ਕਿ ਇਸ ਦਰਖਤ ਨੂੰ ਕੋਈ ਪੱਟੇ ਨਾ, ਇਹਨੂੰ ਵੱਢੇ ਨਾ, ਇਹ ਰੱਖਣਾ ਚਾਹੀਦਾ ਹੈ। ਆਕਸੀਜਨ ਦੀ ਜ਼ਰੂਰਤ ਇੰਨੀ ਜ਼ਿਆਦਾ ਬੰਦੇ ਦੇ ਵਾਸਤੇ, ਤੇ ਹੁਣ ਜੇ ਆਕਸੀਜਨ ਖਤਮ ਹੋ ਰਹੀ ਹੈ ਉਹਦਾ ਕੀ ਹੈ? ਜੋ ਰਿਪੋਰਟਾਂ ਸਾਡੇ ਕੋਲੇ ਆ ਰਹੀਆਂ, ਉਹ ਰਿਪੋਰਟਾਂ ਜਿਹੜੀਆਂ ਹੈਗੀਆਂ, ਇਹ ਨਹੀਂ ਕਿ ਭਾਰਤ ਦੇ ਵਿੱਚ ਆਕਸੀਜਨ ਦੀ ਕੋਈ ਪ੍ਰੋਡਕਸ਼ਨ ਨਹੀਂ ਹੁੰਦੀ ਜੀ। ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨੇ ਜਿਹੜੀ ਯੋਜਨਾ ਬਣਾਈ ਸੀ ਉਹਦੇ ਮੁਤਾਬਕ 162 ਪਲਾਂਟ ਲਾਉਣੇ ਸੀ ਜੀ, ਲੇਕਿਨ 162 ਪਲਾਂਟਾਂ ਦੇ ਵਿੱਚੋਂ ਬਣੇ ਕਿੰਨੇ ਜੀ? ਸਿਰਫ 32 ਜੀ। ਤੇ ਬਾਕੀ ਪਲਾਂਟ ਜਿਹੜੇ ਹੁਣ ਤੱਕ ਕਿਉਂ ਨਹੀਂ ਪੂਰੇ ਹੋਏ? ਉਹਨਾਂ ਦੀ ਕੰਸਟਰਕਸ਼ਨ ਕਿਉਂ ਨਹੀਂ ਪੂਰੀ ਹੋਈ? ਇਸ ਕਰਕੇ ਨਹੀਂ ਕੰਸਟਰਕਸ਼ਨ ਪੂਰੀ ਹੋਈ ਕਿਉਂਕਿ ਉਹਨਾਂ ਦੇ ਟੈਂਡਰ ਹੀ ਦੀ ਅਲੋਟਮੈਂਟ ਹੀ ਨਹੀਂ ਕੀਤੀ। ਅੱਛਾ, ਸਰਕਾਰ ਮਤਲਬ ਇੰਨੀ ਜ਼ਿਆਦਾ ਕਹਿੰਦੇ ਜੀ ਬਿਜੀ ਹੈ ਸਰਕਾਰ ਮਿੱਤਰਾਂ ਦੀ ਸੇਵਾ ਦੇ ਵਿੱਚ, ਕਿਤੇ ਮਿੱਤਰਾਂ ਨੂੰ ਕੋਈ ਕਮੀ ਨਾ ਰਹਿ ਜੇ। ਠੀਕ ਹੈ ਨਾ, ਮਿੱਤਰਾਂ ਦੀ ਸੇਵਾ ਦੇ ਵਿੱਚ ਸਰਕਾਰ ਇੰਨੀ ਲੱਗੀ ਹੋਈ ਹੈ। ਤੇ ਤੁਸੀਂ ਇਹ ਦੇਖੋ ਕਿ ਜਿਹੜੇ ਕਾਇਦੇ ਕਾਨੂੰਨ ਬਣੇ ਹੋਏ ਹੈ, ਮਿੱਤਰਾਂ ਨੂੰ ਤਾਂ ਬੜੀਆਂ ਛੋਟਾਂ ਵੀ ਦਿੱਤੀਆਂ ਜਾ ਰਹੀਆਂ। ਉਹ ਆਪਾਂ ਅਗਲੇ ਪਾਸੇ ਉਹਨੇ ਵੀ ਕੀ ਛੋਟਾਂ ਦਿੱਤੀਆਂ ਜਾ ਰਹੀਆਂ, ਮੇਰੇ ਯਾਦ ਕਰਾ ਦਿਓ। ਲੇਕਿਨ ਜਿਹੜੀ ਆਕਸੀਜਨ ਦੀ ਸਪਲਾਈ ਹੈ ਉਹਦੇ ਵਾਸਤੇ ਕਹਿੰਦੇ ਜੀ ਜਿਹੜੇ ਪ੍ਰੋਜੈਕਟ ਲਾਉਣੇ ਸੀ ਪ੍ਰੋਜੈਕਟ ਉਹ ਲੱਗ ਨਹੀਂ ਸਕੇ, ਟੈਂਡਰ ਨਹੀਂ ਕੱਢੇ ਜਾ ਸਕੇ। ਹੁਣ ਜਿਹੜੀਆਂ ਰਿਪੋਰਟਾਂ ਸਾਡੇ ਕੋਲ ਆਈਆਂ, ਮੈਂ ਕੁਛ ਅੰਕੜੇ ਇਕੱਠੇ ਕੀਤੇ ਜੀ। ਉਹਨਾਂ ਅੰਕੜਿਆਂ ਦੇ ਮੁਤਾਬਕ ਜਿਹੜਾ ਹੈਗਾ ਪ੍ਰਤੀ ਦਿਨ ਭਾਰਤ ਦੇ ਵਿੱਚ ਉਤਪਾਦਨ ਕਿੰਨਾ ਹੁੰਦਾ ਜੀ? 7000 ਮੀਟ੍ਰਿਕ ਟਨ ਜੀ ਆਕਸੀਜਨ ਦਾ। ਔਰ ਆਕਸੀਜਨ ਦੀ ਜਿਹੜੀ ਖਪਤ ਕਿੰਨੀ ਹੈ? ਉਹ 3000 ਮੀਟ੍ਰਿਕ ਟਨ। ਇਹਦਾ ਮਤਲਬ 2000 ਮੀਟ੍ਰਿਕ ਟਨ ਸਾਡੇ ਕੋਲੇ ਬਚਤ ਰਹਿੰਦੀ ਹੈ। ਔਰ ਉਹਦੇ ਵਿੱਚੋਂ ਜਿਵੇਂ ਹੁਣ ਕਰੋਨਾ ਵਾਲੀ ਮਹਾਮਾਰੀ ਪੈ ਗਈ, ਕਰੋਨਾ ਵਾਲੀ ਮਹਾਮਾਰੀ ਤੋਂ ਬਾਅਦ ਜਿਹੜੀ ਹੈ ਖਪਤ ਵੱਧ ਗਈ ਹੈ ਜੀ। 3000 ਦੀ ਬਜਾਏ 5000 ਮੀਟ੍ਰਿਕ ਟਨ ਹੋ ਗਈ। 7000 ਦੀ ਪ੍ਰੋਡਕਸ਼ਨ ਹੁੰਦੀ ਹੈ, ਫਿਰ ਵੀ ਮਤਲਬ ਸਾਡੇ ਕੋਲ ਹੈਗੀ। ਪਰ ਸਵਾਲ ਤਾਂ ਇਹ ਹੈ ਕਿ ਉਹ ਗਈ ਕਿੱਧਰ ਜੀ? ਉਹਦੇ ਜਾਣ ਦਾ ਕਾਰਨ ਇੱਕ ਇਹ ਹੈ, ਜਿਹੜਾ ਦਿੱਲੀ ਹਾਈ ਕੋਰਟ ਦੇ ਵਿੱਚ ਵੀ ਹੈ, ਕਿ ਜਿਹੜੀ ਹੈਗੀ ਹੈ ਤੁਹਾਡੀ ਕੈਮੀਕਲ ਤੇ ਸਟੀਲ ਇੰਡਸਟਰੀ ਹੈ, ਉਹਨੂੰ ਵੀ ਆਕਸੀਜਨ ਦੀ ਲੋੜ ਪੈ। ਨਹੀਂ, ਉਹ ਤਾਂ ਬਰਾਬਰ ਹੈ ਜੀ। ਇਹ ਤਾਂ ਵੈਸੇ ਵੀ ਮੈਂ ਹੁਣੇ ਹੀ ਢਿੱਲੋਂ ਸਾਹਿਬ ਖਬਰ ਕਰਕੇ ਲਿਖਿਆ ਪੇਜ ਦੇ ਉੱਤੇ, ਤੁਸੀਂ ਪੜ੍ਹ ਵੀ ਲਓਗੇ। ਉਹਦੇ ਵਿੱਚ ਇਹ ਹੈ ਜੀ, ਹੁਣ ਵੀ ਮੇਰੀ ਸਾਰੀ ਮੈਂ ਡਿਟੇਲ ਕੀਤੀ ਹੈ। ਜਿਵੇਂ ਪੰਜਾਬ ਦੇ ਵਿੱਚ ਕਟੌਤੀ ਕਰ ਦਿੱਤੀ ਹੈ ਇਹਨਾਂ ਨੇ, ਕੇਂਦਰ ਨੇ 3 ਹਿੱਸੇ ਕਟੌਤੀ ਕਰ ਦਿੱਤੀ ਹੈ। ਇੱਕ ਹਿੱਸਾ ਸਾਡੇ ਕੋਲੇ ਰਹਿ ਗਿਆ। ਜਿਹੜੀ ਰੋਜ਼ਾਨਾ ਸਾਡੇ ਕੋਲੇ 180 ਮੈਟ੍ਰਿਕ ਟਨ ਆਉਂਦੀ ਸੀ, ਉਹਨੂੰ 20 ਤੋਂ 25 ਰਹਿ ਗਈ ਹੈ। ਉਹਦਾ ਕਾਰਨ ਕੀ ਹੈ? ਪਹਿਲਾਂ ਮੇਰੀ ਸਾਰੀ ਅਸਲ ਕਹਿੰਦੇ ਜੀ, ਪਹਿਲਾਂ ਤਾਂ ਹਸਪਤਾਲਾਂ ਨੂੰ ਤਾਂ ਥੋੜ੍ਹੀ ਮੋਟੀ ਗਿਣਤੀ ਦੇ ਸਿਲੰਡਰ ਜਾਂਦੇ ਸੀ। ਕਹਿੰਦੇ 90% ਹੀ ਜਿਹੜੀ ਸਟੀਲ ਇੰਡਸਟਰੀ ਨੂੰ ਕਟਿੰਗ ਦੇ ਲਈ ਤੇ ਡਿਸਮੈਂਟਲਿੰਗ ਲਈ ਤੇ ਉਹਦੇ ਕੰਮਾਂ ਲਈ ਹੀ ਜਾਂਦੀ ਸੀ। ਕਹਿੰਦੇ ਪਰ ਪਿਛਲੇ ਸਾਲ ਸਰਕਾਰ ਨੇ ਇੱਕ ਬਹੁਤ ਵਧੀਆ ਜਿਹੜਾ ਕੰਮ ਕਰਤਾ। ਉਹ ਕਹਿੰਦੇ ਇਹ ਹੋ ਗਿਆ ਕਿ ਮੈਡੀਕਲ ਗ੍ਰੇਡ ਤੇ ਇੰਡਸਟਰੀਅਲ ਗ੍ਰੇਡ ਜਿਹੜਾ ਆਕਸੀਜਨ ਹੈ ਉਹ ਇੱਕੋ ਹੀ ਕਰਤਾ। ਵੀ ਇਹ ਤੁਸੀਂ ਛੱਡ ਦਿਓ ਵੀ ਆ ਮੈਡੀਕਲ ਸਿਲੰਡਰ ਹੈ ਤੇ ਉਹਦਾ ਸਿਲੰਡਰ ਹੈ। ਕਿਉਂਕਿ ਜਿਹੜਾ ਟੈਕਨੀਕਲ ਮੈਨੂੰ ਇੱਕ ਬੰਦੇ ਨੇ ਗੱਲ ਦੱਸੀ, ਉਹ ਕਹਿੰਦਾ ਜੀ -180 ਡਿਗਰੀ ਦੇ ਉੱਤੇ ਜਾ ਕੇ ਇਹਨੇ ਲਿਕੁਇਡ ਬਣ ਜਾਣਾ। ਭਾਵੇਂ ਉਹ ਕਹਿੰਦਾ ਜੀ, ਜੇ ਕਹਿੰਦਾ ਇਹਦੇ 'ਚ ਇੰਪਿਓਰਿਟੀ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਆਕਸੀਜਨ 'ਚ। ਕਹਿੰਦਾ ਕਿਉਂਕਿ ਜੇ ਇੰਪਿਓਰਿਟੀ ਹੋਊਗੀ ਤਾਂ ਸਾਡਾ ਕਹਿੰਦਾ ਫੈਕਟਰੀਆਂ ਵਾਲਿਆਂ ਨੇ ਨਹੀਂ ਲੈਣਾ, ਉੱਥੇ ਪੜਾਕੇ ਮਾਰੀ ਜਾਊਗੀ। ਕਹਿੰਦਾ ਉਹਦੀ ਸਿਲੰਡਰ ਮੋੜ ਦਿੰਦੇ ਆ। ਉਹੀ ਚੀਜ਼ ਹੈ, ਉਹੀ ਇਹ ਹੈ, ਬਸ ਥੋੜ੍ਹਾ ਜਿਹਾ ਫਰਕ ਇੰਨਾ ਹੈ ਕਿ ਜੇ ਤੁਸੀਂ ਮੈਡੀਕਲ ਜਾਣੀ ਹੈ ਤਾਂ ਡਰੱਗ ਇੰਸਪੈਕਟਰ ਤੋਂ ਲਾਇਸੈਂਸ ਲੈਣਾ ਪੈਂਦਾ ਜੀ, ਇਹ ਅਸੀਂ ਮੈਡੀਕਲ ਸਪਲਾਈ ਲਈ ਕਰਨੇ ਆ। ਹੋਰ ਕਹਿੰਦੇ ਕੋਈ ਫਰਕ ਨਹੀਂ। ਪਰ ਸਵਾਲ ਤਾਂ ਇਹ ਨਾ ਕਿ ਜਦੋਂ ਹੁਣ ਮਹਾਮਾਰੀ ਦਾ ਦੌਰ ਚੱਲ ਰਿਹਾ, ਉਹ ਫਿਰ ਉਹ ਤਾਂ ਬੰਦ ਕਰਕੇ ਤੇ ਇੱਧਰ ਕਰਨਾ ਚਾਹੀਦਾ। ਸਗੋਂ ਪੈਂਡੈਮਿਕ ਚਾਹੀਦਾ ਹੈ ਤਾਂ ਉਹ ਜਿਹੜੀ ਹੈ ਇੰਡਸਟਰੀ ਵਾਲੇ ਪਾਸੇ ਬੰਦ ਕਰ ਦਿਓ। ਇਹੀ ਤਾਂ ਦਿੱਲੀ ਹਾਈ ਕੋਰਟ ਕਹਿੰਦੀ ਹੈ। ਹੋਰ ਦਿੱਲੀ ਹਾਈ ਕੋਰਟ ਕੀ ਉਹ ਇਹੀ ਕਹਿ ਰਹੇ ਹੈ ਕਿ ਤੁਸੀਂ ਜਿਹੜਾ ਉੱਥੇ ਟਾਟਾ ਜਿਹੜੀ ਸਟੀਲ ਇੰਡਸਟਰੀ ਹੈ, ਟਾਟਾ ਵਾਲੇ ਨੇ ਆਪਣੇ ਆਪ ਬੰਦ ਕਰਤੀ। ਉਹ ਕਹਿੰਦੇ ਸਾਨੂੰ ਨਹੀਂ ਚਾਹੀਦੀ, ਮਰੀਜ਼ਾਂ ਨੂੰ ਦਿਓ। ਜੇ ਟਾਟਾ ਵਾਲੇ ਕਰ ਸਕਦੇ ਤੇ ਬਾਕੀ ਰਿਲਾਇੰਸ ਕਿਉਂ ਨਹੀਂ ਕਰ ਸਕਦਾ? ਬਾਕੀ ਕਾਰਪੋਰੇਟ ਘਰਾਣੇ ਕਿਉਂ ਨਹੀਂ ਕਰ ਸਕਦੇ? ਆਰਡੀਨੈਂਸ ਕਿਉਂ ਨਹੀਂ ਜਾਰੀ ਕੀਤਾ ਜਾਂਦਾ? ਸਰਕਾਰ ਬੰਦ ਕਿਉਂ ਨਹੀਂ ਕਰ ਦਿੰਦੀ? ਸਵਾਲ ਤਾਂ ਇਹ ਆਉਂਦਾ ਹੈ। ਇਹ ਸਵਾਲ ਆਉਂਦਾ ਕਿ ਉਹਨਾਂ ਨੂੰ ਇਹ ਜਿਹੜਾ ਕਿਉਂ ਦਿੱਤਾ ਜਾ ਰਿਹਾ। ਇਹ ਤੋਂ ਇਲਾਵਾ ਸਰਕਾਰ ਦੀ ਜਿਹੜੀ ਹੈਗੀ ਹੈ, ਦੇਖੋ ਜਿਹੜੀ ਮੈਂ ਕਹੂੰਗਾ ਨਕੰਮਾਪਣ, ਜਿਸ ਵੇਲੇ ਸ਼ੁਰੂਆਤ ਹੋਈ ਹੈ ਤੁਹਾਡੀ WHO ਦਾ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਸਿਗਨਲ ਆਇਆ, ਉਹਨਾਂ ਦੀ ਚੇਤਾਵਨੀ ਆਈ ਹੈ ਕਿ ਕਰੋਨਾ ਮਹਾਮਾਰੀ ਆ ਰਹੀ ਹੈ। ਕੀ ਕਿਹਾ ਸੀ ਉਹਨਾਂ ਨੇ? ਕਿਹਾ ਸੀ ਕਿ ਆਪੋ ਆਪਣੀਆਂ ਦਵਾਈਆਂ ਜਿਹੜੀਆਂ ਹੈਗੀਆਂ ਭਾਈ ਕਿ ਤਾਂ ਉਹ ਕੰਟਰੋਲ ਕਰ ਲਓ, ਵੱਧ ਤੋਂ ਵੱਧ ਤੁਸੀਂ ਵੈਂਟੀਲੇਟਰ ਬਣਾ ਕੇ ਰੱਖੋ, ਵੱਧ ਤੋਂ ਵੱਧ ਵੈਡਸ ਦਾ ਤੁਸੀਂ ਮਤਲਬ ਜਿਹੜਾ ਇੰਤਜ਼ਾਮ ਕਰਕੇ। ਉਹ ਤਾਂ ਪਿਛਲੇ ਸਾਲ ਕੀਤਾ ਹੀ ਕੁਝ ਨਹੀਂ। ਉਦੋਂ ਬਾਅਦ ਉਹਦੇ ਤੇ ਇਹ ਕਿ ਅਸੀਂ ਵੈਂਟੀਲੇਟਰ ਬਣਾਏ ਕੋਈ ਨਹੀਂ। ਸਾਡੇ ਕੋਲੇ ਜਿਹੜੀ ਪਈ ਸੀਗੀ ਕਲੋਰੋਕੀਨ, ਉਹ ਕਲੋਰੋਕੀਨ ਜਿਹੜੀ ਹੈਗੀ ਆ, ਅਸੀਂ ਦਾਤੇ ਬਣ ਗਏ ਜੀ। ਕਹਿੰਦੇ 150 ਦੇਸ਼ਾਂ ਨੂੰ ਤੇ ਪੁੰਨਦਾਨ ਕਰਤਾ। ਉਹ ਵੰਡਣੀ ਸ਼ੁਰੂ ਕਰ ਦਿੱਤੀ। ਜਦੋਂ ਸਾਨੂੰ ਲੋੜ ਪਈ ਅਸੀਂ ਉਹਦੀ ਸਪਲਾਈ ਬੰਦ ਕਰ। ਡੋਨਾਲਡ ਟਰੰਪ ਦਾ ਜਿਹੜਾ ਹੈਗਾ ਕੁਰਕੀ ਆ ਗਈ ਕਿ ਸਾਰਾ ਕੁਝ ਬੰਦ ਕਰ ਦੂੰ, ਕੀ ਕਰ ਦਿਓ? ਤੇ ਫਿਰ ਅਸੀਂ ਜਹਾਜ਼ ਭਰ ਕੇ ਉਧਰ ਨੂੰ ਤੋਰਤੇ ਵੀ ਲੈ ਲਓ ਜੀ, ਤੁਸੀਂ ਆਹ ਕੁਝ ਲੈ ਲਓ। ਹੁਣ ਉਸ ਵੇਲੇ ਸਾਡੇ ਕੋਲੇ ਵੈਕਸੀਨ ਹੈ ਨਹੀਂ ਸੀ। ਵੈਕਸੀਨ ਹੁਣ ਸਾਡੇ ਕੋਲੇ ਆ ਗਈ ਹੈ।
ਵੈਕਸੀਨ ਹੋਣ ਤੋਂ ਬਾਅਦ ਵੈਕਸੀਨ ਨੂੰ ਅਸੀਂ ਕਿੱਡੇ ਵੱਡੇ ਪੱਧਰ ਤੇ ਟੀਕਾਕਰਨ ਕੀਤਾ ਵਾ ਜੀ। ਸ਼ੁਰੂ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਜੀ ਜਿਹੜੇ ਕੋਰੋਨਾ ਵਾਰੀਅਰ ਹੈ ਉਹਨਾਂ ਨੂੰ ਦਿੱਤੀ ਜਾਣੀ ਹੈ ਫਰੰਟ ਜਿਹੜੇ ਹੈਗੇ ਫਰੰਟ ਦੇ ਉੱਤੇ ਕੰਮ ਕਰਨ ਵਾਲੇ ਲੋਕ ਹੈ, ਚਾਹੇ ਉਹ ਡਾਕਟਰ ਹੈ, ਪੈਰਾਮੈਡੀਕਲ ਸਟਾਫ ਹੈ, ਪੁਲਿਸ ਵਾਲੇ ਹੈ, ਜਰਨਲਿਸਟ ਹੈ, ਜਿਹੜੇ ਲੋਕਾਂ 'ਚ ਤੁਰੇ ਫਿਰਦੇ ਆ ਉਹਨਾਂ ਨੂੰ। ਫਿਰ ਕਰ ਦਿੱਤਾ ਸੀ ਕਿ ਜਿਹੜੇ ਸੀਨੀਅਰ ਸਿਟੀਜ਼ਨ ਹੈ 60 ਸਾਲ ਵਾਲੇ ਉਹਨਾਂ ਨੂੰ ਦੇ ਦਿਆਂਗੇ। ਬਾਅਦ ਦੇ ਵਿੱਚ 45 ਵਾਲੀ ਗੱਲ ਕਰਤੀ। ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਕਹਿ ਦਿੱਤਾ ਕਿ ਭਾਈ 45 ਵਾਲੀ ਗੱਲ ਨਹੀਂ, ਤਾਂ 18 ਸਾਲ ਤੋਂ ਜਿਹੜੇ ਲੋਕ ਵਿਚਰਦੇ ਹੈ ਆਪਣੇ ਘਰਾਂ ਤੋਂ ਲੈ ਕੇ ਕੰਮਾਂ ਧੰਦਿਆਂ 'ਚ ਪੈਂਦੇ ਆ, ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਇਹਦੇ 'ਚ ਲੈ ਕੇ ਆਓ ਜੀ। ਔਰ ਉਹਨਾਂ ਦਾ ਮਜ਼ਾਕ ਉਡਾਇਆ, ਤੇ ਮਜ਼ਾਕ ਉਡਾਇਆ ਕਿ ਨਹੀਂ ਹਰਸ਼ਵਰਧਨ ਨੇ। ਤੇ ਸ਼ਾਮ ਹੋਣ ਤੋਂ ਪਹਿਲਾਂ ਜਿਹੜੀ ਮੀਟਿੰਗ ਕੀਤੀ ਫਾਰਮਾ ਕੰਪਨੀਆਂ ਦੇ ਨਾਲ ਤੇ ਬੜੇ ਮਾਹਰ ਡਾਕਟਰਾਂ ਦੇ ਨਾਲ, ਉਹਨਾਂ ਨੇ ਵੀ ਉਹੀ ਗੱਲ ਕਹੀ ਜੋ ਡਾਕਟਰ ਮਨਮੋਹਨ ਸਿੰਘ ਨੇ ਕਹੀ ਸੀ। ਫਿਰ ਉਹਨੂੰ ਮੰਨ ਵੀ ਲਿਆ। ਅੱਜ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਕਿ ਇਹ ਸਾਬਤ ਕਰਨ ਵਾਸਤੇ ਕਿ ਰਾਹੁਲ ਗਾਂਧੀ ਜਿਹੜਾ ਕਾਂਗਰਸ ਦਾ ਲੀਡਰ ਆ ਪੱਪੂ ਹੈ, ਬੜੀ ਵੱਡੀ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਬੀਜੇਪੀ ਬਹੁਤ ਵੱਡੇ ਪੱਧਰ ਦੇ ਉੱਤੇ ਪੈਸਾ ਲਾਇਆ। ਆਪਾਂ ਪਹਿਲਾਂ ਇੱਕ ਵਾਰੀ ਤੁਹਾਡੀ ਯਾਦ ਹੋਣਾ ਖਬਰ ਕੀਤੀ ਸੀ ਕਿ ਅਖਬਾਰਾਂ ਨੂੰ ਮੀਡੀਆ ਨੂੰ ਕਿਵੇਂ ਕਾਬੂ ਕਰਨਾ ਹੈ, ਕਿ ਕਿਹੜੀਆਂ ਉਹਨਾਂ ਨੂੰ ਆਈਡੀਆ ਦੇਣੇ ਕਿ ਤੁਸੀਂ ਇਸ ਆਈਡੀਆ ਨੂੰ ਜਿਹੜਾ ਹੈਗਾ ਪ੍ਰਸਾਰਿਤ ਕਰੋ, ਇਸ ਆਈਡੀਆ ਨੂੰ ਪ੍ਰਕਾਸ਼ਿਤ ਕਰੋ। ਉਹ ਕਹਿੰਦੇ ਵੀ ਜਿਹਨੂੰ ਪੱਪੂ ਕਹਿੰਦੇ ਹੁੰਦੇ ਸੀ, ਉਹ ਪੱਪੂ ਜਿਹੜੀ ਗੱਲ ਕਹਿ ਦਿੰਦਾ, ਪੱਪੂ 4 ਦਿਨ ਅੱਜ ਤੋਂ 4 ਦਿਨ ਪਹਿਲਾਂ ਗੱਲ ਕਹਿ ਦਿੱਤੀ ਪੱਪੂ, ਪਹਿਲਾਂ ਉਹਦਾ ਮਜ਼ਾਕ ਉਡਾਉਂਦੇ ਤੇ 4 ਦਿਨਾਂ ਬਾਅਦ ਉਹੀ ਗੱਲ ਜਿਹੜੀ ਇੰਪਲੀਮੈਂਟ ਕਰਦੇ। ਇਹਦਾ ਮਤਲਬ ਹੈ ਕਿ ਸਾਡੇ ਜਿਹੜੇ ਰਾਜ ਭਾਗ ਦੇ ਉੱਪਰ ਬੈਠੇ ਲੋਕ ਹੈ, ਉਹਨਾਂ ਲੋਕਾਂ ਨੂੰ ਇੰਨੀ ਸਮਝ ਹੀ ਹੈ ਨਹੀਂ ਕਿ ਕਿਹੜੇ ਵੇਲੇ ਅਸੀਂ ਕੀ ਕਰ ਰਹੇ। ਹੁਣ ਜੇ ਇੰਨੀ ਸਮਝ ਹੁੰਦੀ ਦਾਨੇਵਾਲੀਆ ਸਾਹਿਬ, ਤਾਂ ਇਹ ਜਿਹੜੇ ਹੁਣ ਆਪਣੇ ਕੋਲੇ ਆ ਰਿਹਾ ਹੈ ਕਿ ਪਿਛਲੇ ਜਿਹੜੀ ਹੈਗੀ ਹੈ ਸਾਲ ਦੇ ਨਾਲੋਂ ਅਸੀਂ ਦੁੱਗਣੀ ਜਿਹੜੀ ਹੈ ਆਕਸੀਜਨ ਜੀ ਉਹ ਨਿਰਯਾਤ ਕੀਤੀ, ਐਕਸਪੋਰਟ ਕੀਤੀ ਹੈ। 9000 ਮੀਟਰਿਕ ਟਨ ਕਰਤੀ। ਦੱਸੋ। ਤੇ ਹੁਣ ਕਹਿੰਦੇ ਜੀ 50000 ਮੀਟਰਿਕ ਟਨ ਅਸੀਂ ਬਾਹਰੋਂ ਲੈਨੇ। ਪਹਿਲਾਂ ਦੇ ਦਿਓ ਤੇ ਫਿਰ ਲੈ ਲਓ। ਚੌੜ ਕਰਾ ਲਿਆ, ਆਪ ਸਸਤੀ ਦੇਤੀ ਲੋਕਾਂ ਨੂੰ, ਪਤਾ ਨਹੀਂ ਕਿਸ ਹਿਸਾਬ 'ਚ ਦਿੱਤੀ ਹੋਣੀ ਹੈ। ਤਾਂ ਹੁਣ ਜਿਵੇਂ ਵੈਕਸੀਨ ਵਾਲੀ ਗੱਲ ਵੀ ਕਹਿ ਰਹੇ, ਕਹਿੰਦੇ ਜੀ ਅਸੀਂ ਵੈਕਸੀਨ ਵੀ ਬੜੀ ਸਸਤੀ ਦੇਤੀ। PM ਕੇਅਰ ਫੰਡ ਹੈ, PM ਕੇਅਰ ਫੰਡ ਜਿਹੜਾ ਹੈਗਾ ਲੱਖਾਂ ਹਜ਼ਾਰਾਂ ਕਰੋੜ ਰੁਪਏ ਦਾ ਫੰਡ ਹੈ। ਬਿਲਕੁਲ ਜੀ। ਉਸ ਫੰਡ ਦੇ ਰਾਹੀਂ ਜਿਹੜੀ ਇਹਨਾਂ ਨੇ ਦਵਾਈ ਲਈ ਹੈ, ਉਹ ਦਵਾਈ ਜਿਹੜੀ ਹੈਗੀ ਹੈ ਲੋਕਾਂ ਨੂੰ ਕਿੰਨੀ ਤਕਸੀਮ ਹੋਈ ਹੈ ਭਾਰਤ ਦੇ ਅੰਦਰ, ਬਾਹਰ ਕਿੰਨੀ ਵੇਚਦੀ, ਆਪਦੀਆਂ ਲਿਹਾਜ਼ਾਂ ਕਿੰਨੀਆਂ ਪਕਾਤੀਆਂ, ਲਿਹਾਜ਼ਾਂ ਕਿੰਨੀਆਂ ਕਰਦੇ। ਕਹਿੰਦੇ ਜੀ ਅਸੀਂ ਦੁਨੀਆ ਨੂੰ 150 ਦੇਸ਼ਾਂ ਨੂੰ ਦੇਤੀ। 150 ਦੇਸ਼ਾਂ ਦੇ ਵਿੱਚ ਤੁਸੀਂ ਆਪਦੀ ਭੱਲ ਬਣਾ ਲਈ। ਉਧਰ ਤਾਂ ਨਰਿੰਦਰ ਮੋਦੀ ਸਾਹਿਬ ਦੀ ਭੱਲ ਬਣ ਗਈ, ਪਰ ਦੇਸ਼ ਦੇ ਅੰਦਰ ਹੋ ਕੀ ਰਿਹਾ ਲੋਕ, ਪਰ ਉਹ ਹੱਸਦੇ ਹੁੰਦੇ ਨੇ ਢਿੱਲੋਂ ਸਾਹਿਬ, ਲੋਕਾਂ ਨੂੰ ਵੀ ਪਤਾ ਹੁੰਦਾ ਹੱਸਦੇ ਆ। ਹੁਣ ਦੇਖੋ ਹੈਰਾਨੀ ਦੀ ਗੱਲ ਹੈ ਢਿੱਲੋਂ ਸਾਹਿਬ ਬੜੀ, ਦੇਖੋ ਹੁਣ ਇਹ ਵੀ ਚਰਚਾ ਹੈ ਕਿ ਪੰਜਾਬ ਦਾ ਜਿਹੜਾ ਕੋਟਾ ਕੱਟਿਆ, ਮੇਰੇ ਕਿਸਾਨ ਆਗੂ ਨਾਲ ਕਹਿੰਦੇ ਵੀ ਇਹ ਨਾ ਜਿਹੜਾ ਮੋਦੀ ਸਾਹਿਬ ਆ ਪੰਜਾਬ ਦਾ ਕੋਟਾ ਕੱਟ ਕੇ ਜਿਹੜਾ ਕਿਸਾਨ ਅੰਦੋਲਨ ਜਾ ਰਿਹਾ ਉਹਦਾ ਬਦਲਾ ਵੀ ਲਿਆ ਜਾ ਰਿਹਾ ਪੰਜਾਬ ਤੋਂ, ਕਿ ਪੰਜਾਬ ਦਾ ਹਰ ਪਾਸਿਓਂ ਗਲ ਘੁੱਟੋ, ਜਿੰਨਾ ਹੋ ਸਕਦਾ ਉਹਨਾਂ ਘੁੱਟੋ। ਇਹ ਕਿੰਨੀ ਕੁ ਸੱਚਾਈ ਲੱਗਦੀ? ਨਹੀਂ, ਇਹ ਸੱਚਾਈ ਇਹਦੇ 'ਚ ਵੀ ਹੈ। ਨਾਲ ਦੀ ਨਾਲ ਇਹ ਇਕੱਲੀ ਪੰਜਾਬ ਦਾ ਨਹੀਂ, ਜਿੰਨੀਆਂ ਮਤਲਬ ਨੌਨ BJP ਸਰਕਾਰਾਂ ਜੀ, ਜਿੰਨੇ ਵੀ ਸੂਬੇ ਹੈਗੇ ਆ, ਕਿਉਂਕਿ ਬਹੁਤੇ ਸੂਬਿਆਂ ਦੇ ਵਿੱਚ ਤਾਂ ਇਹਨਾਂ ਨੇ ਦਲ ਬਦਲੀ ਵਗੈਰਾ ਕਰਵਾ ਕੇ, ਆਪਰੇਸ਼ਨ ਕਮਲ ਵਗੈਰਾ ਕਰਵਾ ਕੇ ਉੱਥੇ ਆਪਦੀਆਂ ਜਿੱਥੇ ਲੋਕਾਂ ਨੇ ਨਕਾਰਤਾ ਸੀ ਉੱਥੇ ਦਲ ਬਦਲੀ ਦੇ ਜ਼ਰੀਏ ਇਹਨਾਂ ਨੇ ਹਕੂਮਤਾਂ ਤੇ ਕਬਜ਼ੇ ਕਰ ਲਏ। ਪਰ ਕਿਤੇ ਨਾ ਕਿਤੇ ਕੁਛ ਜਿਹੜੀਆਂ ਹੈਗੀਆਂ ਸਰਕਾਰਾਂ ਹੈਗੀਆਂ, ਉਹਨਾਂ ਸਰਕਾਰਾਂ ਦਾ ਸਾਰੀਆਂ ਦਾ ਗਲ ਘੁੱਟਤਾ ਕਿ ਉੱਥੋਂ ਦੇ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਤੁਸੀਂ ਇਹਨਾਂ ਨੂੰ ਚੁਣਿਆ ਕਿਉਂ ਹੈ ਜੀ। ਇਹੀ ਚੀਜ਼ ਜਿਹੜੀ ਹੈਗੀ ਹੈ ਪੰਜਾਬ ਦੇ ਨਾਲ ਤਾਂ ਦੂਰੀ ਦੁਸ਼ਮਣੀ ਆ ਗਈ ਨਾ। ਇੱਕ ਤਾਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਜੀ, ਦੂਜਾ ਲੋਕ ਸਭਾ ਦੇ ਜਿਹੜੇ ਹੈਗੇ ਕਾਂਗਰਸ ਨੂੰ ਜਿਹੜੇ MP ਮਿਲੇ ਹੈ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚੋਂ, ਜੇ ਕੰਪੈਰੇਟਿਵਲੀ ਆਪਾਂ ਦੇਖ ਲਈਏ ਆਬਾਦੀ ਦੇ ਲਿਹਾਜ਼ ਨਾਲ, ਵੋਟਾਂ ਦੇ ਲਿਹਾਜ਼ ਨਾਲ ਦੇਖ ਲਈਏ। ਉਹ ਅਗਲੀ ਗੱਲ ਜਿਹੜਾ ਕਿਸਾਨ ਅੰਦੋਲਨ ਹੈ, ਕਿਸਾਨ ਅੰਦੋਲਨ ਦਾ ਤਾਂ ਜਿਹੜਾ ਹੈਗਾ ਪਿਰਤਪਾਲ ਕੀ ਪੰਜਾਬ ਹੈ, ਪੰਜਾਬ ਤੋਂ ਵੀ ਮੂਵਮੈਂਟ ਸ਼ੁਰੂ ਹੋਈ ਹੈ। ਔਰ ਪੰਜਾਬ ਦੇ ਹੱਥ ਦੇ ਵਿੱਚ ਅਗਵਾਈ ਹੈ, ਪੰਜਾਬ ਹੀ ਉਹਨੂੰ ਕਿਤੇ ਤੱਕ ਲੈ ਕੇ ਗਿਆ। ਦੁਸ਼ਮਣੀ ਹਰ ਚੀਜ਼ ਦੇ ਵਿੱਚ ਪੰਜਾਬ ਦੇ ਨਾਲ ਦੁਸ਼ਮਣੀ ਕੱਢੀ ਜਾ ਰਹੀ ਹੈ। GST ਦੇ ਵਿੱਚ ਜਿਹੜਾ ਸਾਡਾ ਬਣਦਾ ਹਿੱਸਾ ਉਹ ਨਹੀਂ ਦਿੱਤਾ ਜਾ ਰਿਹਾ। ਇਹ ਪੰਜਾਬ ਦੇ ਨਾਲ ਇੱਕ ਕਿਸਮ ਦਾ ਧਰੋਹ ਕਮਾਇਆ ਜਾ ਰਿਹਾ ਹੈ। ਔਰ ਇੱਥੇ ਨਰਿੰਦਰ ਮੋਦੀ ਤੇ BJP ਵਾਲੇ ਇੱਕ ਬਹੁਤ ਵੱਡੀ ਗਲਤੀ ਕਰ ਰਹੇ ਹੈ। ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਪੰਜਾਬ ਦੇ ਲੋਕਾਂ ਦਾ ਕਰੈਕਟਰ, ਪੰਜਾਬ ਦੇ ਲੋਕਾਂ ਦਾ ਸੁਭਾਅ ਬਾਕੀ ਭਾਰਤ ਦੇ ਲੋਕਾਂ ਨਾਲੋਂ ਵੱਖਰਾ ਹੈ ਜੀ। ਉਹਦਾ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਹਮੇਸ਼ਾ ਹੀ ਹਮਲਾਵਰਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ਬੇਸ਼ੱਕ ਪੰਜਾਬ ਦੇ ਵਿੱਚ ਕੋਈ ਹਿੰਦੂਆਂ ਦੇ ਘਰ ਵੀ ਜੰਮਿਆ ਹੋਇਆ ਹੈ ਜੀ, ਉਹਦਾ ਵੀ ਜਿਹੜਾ ਹੈਗਾ ਕਰੈਕਟਰ ਹੈ ਨਾ ਬਾਕੀ ਮੱਧ ਭਾਰਤ ਨਾਲੋਂ ਵੱਖਰਾ ਹੈ। ਮੱਧ ਭਾਰਤ ਦੇ ਲੋਕ ਵੈਸਾ ਨਾ ਹੋ ਕਹੀਂ ਮੈਂ ਆਪਕੀ ਮਾਂ ਬਹਿਨ ਕੋ ਕੁਛ ਕਹਿ ਕਹੂੰ, ਇਹਨੂੰ ਉੱਥੇ ਬਹੁਤ ਵੱਡੀ ਗੱਲ ਸਮਝੀ ਜਾਂਦੀ ਹੈ। ਸਾਡੇ ਤਾਂ ਗਾਟਾ ਵੱਢ ਦਿੰਦੇ, ਉਹਦੇ ਵਿੱਚ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ, ਸਾਰੇ ਮਿਲਾ ਕੇ। ਸੋ ਇਹ ਜਿਹੜੀ ਬਾਰਡਰ ਸਟੇਟ ਆ, ਬਾਰਡਰ ਸਟੇਟ ਦੇ ਨਾਲ ਜੇ ਤੁਸੀਂ ਇਸ ਤਰ੍ਹਾਂ ਦੀ ਜ਼ਿਆਦਤੀ ਕਰੋਗੇ, ਧੱਕਾ ਕਰੋਗੇ, ਤਾਂ ਇਹਦਾ ਮਤਲਬ ਹੈ ਕਿ ਤੁਸੀਂ ਇੱਕ ਅੰਗ ਨੂੰ ਆਪਣੇ ਆਪ ਆਪਦੇ ਸਰੀਰ ਦੇ ਨਾਲੋਂ ਕੱਟ ਰਹੇ ਹੋ। ਤੇ ਜੇ ਕੱਲ ਉਹ ਕੱਟਿਆ ਹੋਇਆ ਅੰਗ ਕਿਸੇ ਹੋਰ ਪਾਸੇ ਨਾਲ ਜਾ ਕੇ ਕਿਸੇ ਨਾਲ ਜੁੜ ਗਿਆ, ਜੇ ਅਸੀਂ ਕੱਟਾਂਗੇ ਤੇ ਨਾਲ ਜੋੜਨ ਵਾਲੇ ਵੀ ਬੈਠੇ ਬਿਲਕੁਲ, ਉਹਦੇ ਨਤੀਜੇ ਜਿਹੜੇ ਬੜੇ ਭਿਆਨਕ ਹੋਣਗੇ। ਸੋ ਆ ਜਿਹੜਾ ਜੋ ਕੁਛ ਆ, ਮੇਰਾ ਤਾਂ ਖਿਆਲ ਹੈ ਕੜੀ ਘੋਲੀ ਆ ਰਹੀ ਹੈ ਕਿ ਜਦੋਂ ਵੀ ਮੁਸੀਬਤ ਪੈਂਦੀ ਹੈ
ਉਦੋਂ ਅਸੀਂ ਐਸਾ ਕਰੋ ਜੀ, ਉਦੋਂ ਮੰਤਰ ਦੇ ਦਿੰਦੇ ਹੂੰ ਵੀ ਹੁਣ ਥਾਲੀਆਂ ਖੜਕਾ ਲਓ ਜੀ, ਜੀ। ਹੁਣ ਤਾਲੀਆਂ ਖੜਕਾ ਲਓ ਜੀ, ਹੁਣ ਰੌਸ਼ਨੀਆਂ ਕਰ ਲਓ, ਮੋਮਬੱਤੀਆਂ ਜਗਾ ਲਓ, ਜੇ ਹੋਰ ਨਹੀਂ ਤਾਂ ਮੋਬਾਈਲ ਦੀਆਂ ਕਹਿੰਦੇ ਉਹ ਲੱਗ ਜਾਓ ਮਾਰਨ, ਲਾਈਟਾਂ ਮਾਰਨ ਲੱਗ ਜਾਓ, ਕਰੋਨਾ ਇਹਦੇ ਨਾਲ ਭੱਜੂਗਾ। ਢਿੱਲੋਂ ਸਾਹਿਬ, ਤੁਹਾਨੂੰ ਯਾਦ ਹੋਣਾ ਪਿੱਛੇ ਜੇ ਇੱਕ ਬੜੀ ਚਰਚਾ ਹੋਈ ਸੀ, ਕਹਿੰਦੇ ਭਾਰਤ ਦਾ ਇੱਕ ਜਿਹੜਾ ਫੈਕਟਰੀ ਮਾਲਕ ਆ ਉਹਨੇ ਜੀ ਲੰਡਨ ਦੇ ਵਿੱਚ ਇੱਕ ਬਹੁਤ ਵੱਡਾ ਮਹਿਲ ਲੱਖਾਂ ਰੁਪਏ, ਕਰੋੜਾਂ ਰੁਪਏ ਕਹਿੰਦੇ, ਕਰੋੜਾਂ ਰੁਪਏ ਹਫ਼ਤੇ ਦੇ ਕਿਰਾਏ ਤੇ ਲਿਆ ਸੀ। ਉਹ ਬੰਦਾ ਸੀ ਜੀ ਸੀਰਮ ਇੰਡੀਆ ਦਾ ਡਾਇਰੈਕਟਰ ਚੇਅਰਮੈਨ ਜੋ ਵੀ ਸੀ। ਜੀ ਹੁਣ ਤੁਹਾਨੂੰ ਵੀ ਪਤਾ ਕੋਵਾਸ਼ੀਲਡ ਵੀ ਉਹੀ ਬਣਾਉਂਦੇ ਆ, ਸੀਰਮ ਇੰਸਟੀਚਿਊਟ ਸੀਰਮ ਵਾਲੇ। ਘਟਾਉਣੇ ਤਾਂ ਕੀ ਸੀਗੇ ਬਣਨ ਤੋਂ ਬਾਅਦ ਪੈਸੇ, ਕਹਿੰਦੇ ਰੇਟ ਹੀ ਬੜੇ ਚੱਕਦੇ, ਮਾਂ ਦੇ ਪੁੱਤ ਨੇ। ਇਹ ਕਿਵੇਂ ਹੋ ਰਿਹਾ ਜੀ? ਕਹਿੰਦੇ ਤੈਅ ਕਰਤੀਆਂ ਕੀਮਤਾਂ ਕੋਵਾਸ਼ੀਲਡ ਦੀਆਂ। ਦੇਖੋ ਗੱਲ ਇਹ ਹੈ ਕਿ ਜਦੋਂ ਸ਼ੁਰੂ ਦੇ ਵਿੱਚ ਜੀ ਕੋਵਾਸ਼ੀਲਡ ਆਈ ਹੈ, ਉਦੋਂ ਕੋਵਾਸ਼ੀਲਡ ਦੀ ਜਿਹੜੀ ਕੀਮਤ ਰੱਖੀ ਗਈ ਸੀ ਜੀ, ਕਿਉਂਕਿ ਕੋਵਾਸ਼ੀਲਡ ਦਾ ਜਿਹੜਾ ਪਹਿਲਾ ਕੰਟਰੈਕਟ ਹੋਇਆ ਸੀ ਉਹ ਸਟੇਟਾਂ ਨਾਲ ਨਹੀਂ ਹੋਇਆ ਸੀ, ਉਹ ਹੋਇਆ ਸੀ ਭਾਰਤ ਸਰਕਾਰ ਨਾਲ। ਤੇ ਭਾਰਤ ਸਰਕਾਰ ਦੇ ਨਾਲ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ, ਉਹਦੇ ਵਿੱਚ ਇਹਨਾਂ ਨੇ ਇਹ ਕੀਤਾ ਸੀਗਾ ਕਿ ਇਹਨਾਂ ਨੂੰ ਜਿਹੜੀ ਹੈ 10 ਕਰੋੜ ਖੁਰਾਕਾਂ ਦਿੱਤੀਆਂ ਜਾਣਗੀਆਂ, ਕੰਟਰੈਕਟ ਕੀਤਾ ਸੀ, ਤੇ 150 ਰੁਪਈਆ ਪ੍ਰਤੀ ਡੋਜ਼ ਜੀ, 10 ਕਰੋੜ ਡੋਜ਼ਸ ਦੇਣੀਆਂ ਸੀ ਔਰ 150 ਰੁਪਈਆ ਪ੍ਰਤੀ ਡੋਜ਼ ਦੇ ਹਿਸਾਬ ਨਾਲ ਦੇਣੀਆਂ ਜੀ। ਉਦੋਂ ਜਿਹੜੀ ਸਾਡੇ ਕੋਲ ਹੁਣ ਸਪਲਾਈ ਆਈ ਹੈ, ਜਿਹੜੇ ਇੰਜੈਕਸ਼ਨ ਹੁਣ ਲੱਗਦੇ ਆ, ਟੀਕਾਕਰਨ ਹੁੰਦਾ, ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਇਹ ਵੈਕਸੀਨੇਸ਼ਨ ਸਾਰੀ ਦੀ ਸਾਰੀ ਉਹ ਸੀ। ਆਮ ਤੌਰ 'ਤੇ ਆਪਾਂ ਸਿਵਲ ਹਸਪੀਟਲਾਂ 'ਚ, ਸਰਕਾਰੀ ਹਸਪਤਾਲਾਂ 'ਚ ਦੇਖਦੇ ਹਾਂ ਕਿ ਲੋਕਾਂ ਦੇ ਇਹ ਜਿਹੜੇ ਇੰਜੈਕਸ਼ਨ ਜਾਂ ਵੈਕਸੀਨ ਹੈ ਜਿਹੜੀ ਇਹ ਫ੍ਰੀ ਲੱਗਦੀ ਹੈ। ਜਿਹੜੇ ਹੈਗੇ ਪ੍ਰਾਈਵੇਟ ਹਸਪੀਟਲ ਵਾਲਿਆਂ ਨੂੰ 150 ਰੁਪਈਆ ਜਿੰਨੇ ਦੀ ਆ ਰਹੀ ਸੀ ਜੀ, ਉਸੇ ਹਿਸਾਬ ਦੇ ਨਾਲ ਵੇਚਦੀ ਕਿ ਆ ਲਓ ਜੀ ਤੁਹਾਨੂੰ ਅਸੀਂ 150 ਰੁਪਏ ਦੀ ਦੇ ਦਿੰਦੇ ਜੀ। ਔਰ ਉਹ ਫਿਰ ਬਾਅਦ ਦੇ ਵਿੱਚ ਪ੍ਰਾਈਵੇਟ ਹਸਪਤਾਲ ਵਾਲੇ ਕੀ ਕਰਦੇ, ਉਹ ਇੰਜੈਕਸ਼ਨ ਜੀ ਨੂੰ ਲਾਉਂਦੇ ਹੈ, ਟੀਕਾਕਰਨ ਜੀ ਨੂੰ ਕਰਦੇ, ਉਹ ਤੋਂ ਲੈਂਦੇ 250 ਰੁਪਈਆ। ਇਹ 250 ਰੁਪਈਆ ਵੇਖਣ ਵਾਲਾ ਇਹ ਕਹੂਗਾ ਕਿ 100 ਰੁਪਈਆ ਵੱਧ ਕਾਹਦਾ ਲੈਂਦੇ ਜੀ। ਉਹ 100 ਰੁਪਈਆ ਵੱਧ ਲੈਂਦਾ ਕਿ ਇਹ ਇੱਕ ਖਾਸ ਟੈਂਪਰੇਚਰ ਦੇ ਉੱਤੇ ਇਹਨੂੰ ਰੱਖਣਾ ਪੈਂਦਾ। ਜਿਹੜੇ ਸਾਡੇ ਫਰਿੱਜ ਹੈਗੇ, ਆਮ ਫਰਿੱਜਾਂ ਦੇ ਨਾਲੋਂ ਬੜੇ ਜਿਹੜੇ ਹੈਗੇ ਮਹਿੰਗੇ ਫਰਿੱਜ ਆ, ਉਹ ਮਹਿੰਗੀ ਫਰਿੱਜ ਹੈ, ਜ਼ਿਆਦਾ ਚਲੋ ਮੇਨਟੇਨੈਂਸ ਕਹਿ ਲਓ ਜੀ, ਉਹਦੀ ਲਵਾਈ ਸਾਂਭ ਸੰਭਾਲ ਸਾਰੇ ਉਹ 100 ਰੁਪਈਆ ਲੱਗ ਹੀ ਜਾਂਦਾ। ਜੇ ਉਹ 250 ਰੁਪਈਆ ਲੈਂਦੇ ਆ ਤਾਂ ਕੋਈ ਮਾੜਾ ਨਹੀਂ ਜੀ। ਹੁਣ ਜਿਹੜਾ ਇਹਨਾਂ ਨੇ ਗੱਲ ਕਰ ਦਿੱਤੀ ਕਿ 1 ਮਈ ਤੋਂ, ਜੀ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰਕੇ ਕਹਿ ਚੁੱਕਿਆ, ਦੱਸ ਹੀ ਚੁੱਕਿਆ ਕਿ ਡਾਕਟਰ ਮਨਮੋਹਨ ਸਿੰਘ ਨੇ ਸੁਜੈਸਟ ਕੀਤਾ ਸੀ, ਔਰ ਫਿਰ ਬਾਅਦ ਦੇ ਵਿੱਚ ਡਾਕਟਰਾਂ ਨੇ ਤੇ ਫਾਰਮਾ ਮਾਹਰਾਂ ਨੇ ਵੀ ਉਹਦੀ ਪੁਸ਼ਟੀ ਕਰਤੀ ਸੀ ਜੀ ਹਾਂ ਠੀਕ ਹੈ, ਇਹਨਾਂ ਨੂੰ ਦਿਓ। 18 ਸਾਲ ਦੇ ਜਿਹੜੇ ਬਾਲਗ ਹੈ, ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ, ਸਮਾਜ ਦੇ ਵਿੱਚ ਵਿਚਰਦੇ, ਇਹਨਾਂ ਸਾਰਿਆਂ ਨੂੰ ਹੀ ਜਿਹੜੀ ਹੈ ਇਹ ਵੈਕਸੀਨ ਦੀ ਲੋੜ ਹੈ ਤੇ ਉਹਨਾਂ ਨੂੰ ਵੈਕਸੀਨ ਦੇ ਇੰਜੈਕਸ਼ਨ ਲਾਏ ਜਾਣ ਜੀ। ਉਹਦੇ ਤੇ ਫਿਰ ਨਾਲ ਦੀ ਨਾਲ ਹੀ ਪਤਾ ਵੀ ਹੁਣ ਤਾਂ ਬਹੁਤ ਵੱਡੇ ਪੱਧਰ ਤੇ ਉੱਤੇ ਗੱਲ ਹੋਣੀ ਹੈ। ਹੁਣ ਉਹਨਾਂ ਨੇ ਕਰ ਦਿੱਤੀ ਜੀ ਕਿ ਸਰਕਾਰੀ ਜਿਹੜੇ ਹਸਪਤਾਲ ਹੈ ਜੀ, ਜਾਂ ਜਿਹੜੀਆਂ ਸੂਬੇ ਹੈ, ਸੂਬਿਆਂ ਨੂੰ ਤਾਂ ਅਸੀਂ ਦੇਵਾਂਗੇ 400 ਰੁਪਏ ਦੀ ਇੱਕ ਡੋਜ਼ ਜੀ, ਤੇ ਜਿਹੜੇ ਪ੍ਰਾਈਵੇਟ ਹਸਪਤਾਲ ਹੈਗੇ, ਪ੍ਰਾਈਵੇਟ ਹਸਪਤਾਲਾਂ ਨੂੰ ਦੇਵਾਂਗੇ 600 ਰੁਪਏ ਜੀ। ਈਵਨ ਜਿਹੜੀ 150 ਰੁਪਏ ਪਹਿਲਾਂ ਭਾਰਤ ਸਰਕਾਰ ਨੂੰ ਦਿੱਤੀ ਜਾ ਰਹੀ ਸੀ, ਕਹਿੰਦੇ ਉਹ ਵੀ ਅਸੀਂ ਜੀ 150 ਦੀ ਬਜਾਏ ਵਧਾ ਦਿਆਂਗੇ, ਉਹ ਵੀ 400 ਰੁਪਏ ਦੀ ਦਿੱਤੀ ਜਾਊਗੀ। ਇਹਦੇ 'ਚ ਹੁਣ ਤੁਸੀਂ ਦੇਖੋ ਕਿ 150 ਤੋਂ ਵਧਾ ਕੇ 400 ਰੁਪਈਆ ਦਿੱਤੀ ਜਾ ਰਹੀ ਹੈ ਜੀ, ਸਿੱਧਾ 250 ਰੁਪਏ ਦਾ ਫਰਕ ਪੈ ਗਿਆ। ਔਰ 250 ਰੁਪਏ ਦਾ ਫਰਕ ਜਿਹੜਾ ਹੈਗਾ ਸੂਬਾ ਸਰਕਾਰਾਂ ਤੇ ਪੈ ਗਿਆ, ਕੇਂਦਰ ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜੀ। ਕੇਂਦਰ ਸਰਕਾਰ ਨੂੰ ਫਰਕ ਇਸ ਕਰਕੇ ਨਹੀਂ ਪੈਂਦਾ ਕਿ ਕੇਂਦਰ ਸਰਕਾਰ ਦੇ ਕੋਲੇ ਹੀ ਹੈ ਸਾਰਾ ਪੈਸਾ। GST ਦੇ ਜਰੀਏ ਜਿਹੜਾ ਪੈਸਾ ਇਕੱਤਰ ਹੁੰਦਾ ਹੈ ਜੀ, ਉਹ ਪੈਸਾ ਸਾਰੇ ਦਾ ਸਾਰਾ ਪਹਿਲਾਂ ਕੇਂਦਰ ਸਰਕਾਰ ਕੋਲੇ ਜਾਂਦਾ ਹੈ, ਫਿਰ ਕੇਂਦਰ ਸਰਕਾਰ ਨੇ ਉਹਦੇ ਵਿੱਚੋਂ ਰਾਜਾਂ ਦਾ ਜਿਹੜਾ ਹਿੱਸਾ ਬਣਦਾ ਉਹ ਦੇਣਾ ਹੁੰਦਾ ਹੈ ਜੀ। ਤੇ ਰਾਜਾਂ ਨੂੰ ਉਹਨਾਂ ਦੀ GST ਦਾ ਹਿੱਸਾ ਕਦੋਂ ਤੇ ਕਿੰਨਾ ਕੁ ਮਿਲਦਾ ਹੈ, ਇਹਦਾ ਅੰਦਾਜ਼ਾ ਆਪਾਂ ਲਾ ਸਕਦੇ ਹਾਂ ਆਪਣੀ ਸਟੇਟ ਤੋਂ ਕਿ ਸਾਡਾ ਜਿਹੜਾ ਹੈਗਾ ਵਿੱਤ ਮੰਤਰੀ ਸ਼ਾਇਰ ਵੀ ਹੈ, ਵਿਦਵਾਨ ਵੀ ਹੈ, ਔਰ ਇਹ ਵਿੱਤ ਮੰਤਰੀ ਜਿਹੜਾ ਹੈ ਜੋ ਦਿੱਲੀ ਜਾਂਦਾ, ਦਿੱਲੀ ਜਾ ਕੇ ਜਦੋਂ ਇਹ ਮਿਲਦਾ GST ਕੌਂਸਲ ਵਾਲਿਆਂ ਦੇ ਵਿੱਚ, ਉੱਥੇ ਚੀਕਾਂ ਨਿਕਲ ਜਾਂਦੀਆਂ ਜੀ ਕਿ ਜੀ ਸਾਡੇ ਨਾਲ ਤਾਂ ਤੁਸੀਂ ਬੜਾ ਧੱਕਾ ਕਰੀ ਜਾਂਦੇ ਹੋ, ਸਾਡਾ ਰੈਵਨਿਊ ਪੂਰਾ ਨਹੀਂ ਹੋ ਰਿਹਾ, ਅਸੀਂ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਕਿੱਥੋਂ ਦੇਗੀ। ਔਰ ਇੱਕ ਵਾਰੀ ਨਹੀਂ ਕਈ ਵਾਰੀ ਚੱਕਰ ਮਾਰਨੇ ਪੈਂਦੇ ਆ ਫਾਈਨਾਂਸ ਮਿਨਿਸਟਰ ਨੂੰ ਦਿੱਲੀ ਤੱਕ ਕਿ ਸਾਡਾ GST ਦਾ ਹਿੱਸਾ ਦੇ ਦਿਓ, GST ਦਾ ਹਿੱਸਾ ਨਹੀਂ ਦਿੱਤਾ ਜਾਂਦਾ ਜੀ। ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਹੁਣ ਰਾਜਾਂ ਦੇ ਉੱਤੇ ਪਊਗਾ, ਆ ਜਿਹੜੀ ਤੁਸੀਂ ਕਿਹਾ ਕੱਟ ਲਾਤੀ ਆਕਸੀਜਨ ਤੇ ਕੱਟ ਇੱਧਰੋਂ ਲਾਤੀ ਜੀ, ਉਹ ਜਿਹੜੀ ਪੂਰਤੀ ਕਿੱਥੇ ਹੋਊਗੀ, ਉੱਥੇ ਹੋਊਗੀ ਜਿੱਥੇ ਅਗਲੇ ਸਮੇਂ 'ਚ ਚੋਣਾਂ ਹੋਣਗੀਆਂ। ਉਹ ਯੂਪੀ ਦੇ ਵਿੱਚ ਦਿੱਤੀ ਜਾ ਰਹੀ ਹੈ, ਉਹ ਦਿੱਤੀ ਜਾ ਰਹੀ ਹੈ ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਦਿੱਤੀ ਜਾ ਰਹੀ ਹੈ ਵੀ ਤਾਂ ਕਿ ਉੱਥੋਂ ਲੋਕਾਂ ਦਾ ਵਿਰੋਧ ਨਾ ਸਾਨੂੰ ਸਹਿਣਾ ਪਵੇ ਜੀ। ਪੰਜਾਬ ਦੇ ਵਿੱਚ ਆਪੋਜੀਸ਼ਨ ਦੀ ਸਰਕਾਰ ਹੈ, ਪੰਜਾਬ ਦੇ ਵਿੱਚੋਂ ਕਟਾਈ ਕਰ ਲਓ। ਇਵੇਂ ਜਿਵੇਂ ਜਦੋਂ ਹੁਣ ਤੁਹਾਨੂੰ ਮਹਿੰਗੀ
ਕੋਵਾਸ਼ੀਲਡ ਮਹਿੰਗੀ ਵੈਕਸੀਨ ਖਰੀਦਣੀ ਪੈਣੀ ਹੈ, ਉਹ ਲੋਕਾਂ ਤੋਂ ਸਰਕਾਰ ਜਦੋਂ ਲਊਗੀ ਤਾਂ ਲੋਕ ਤਾਂ ਪਹਿਲਾਂ ਹੀ ਸਿਰ ਪਾੜੀ ਜਾਂਦੇ ਪਾੜੀ ਜਾਂਦੇ ਬਿਲਕੁਲ ਵੀ ਅਸੀਂ ਕਰੀਏ ਕੀ। ਕਣਕ ਦੀ ਸਾਡੇ ਕੋਲ ਇੱਕੋ ਹੀ ਚੀਜ਼, ਪਹਿਲੀ ਗੱਲ ਤਾਂ ਅਸੀਂ ਅੰਦੋਲਨ ਦਾ ਸਾਹਮਣਾ ਕਰ ਰਹੇ ਹਾਂ। ਸਾਡਾ ਸਾਰਾ ਪੰਜਾਬ ਜਿਹੜਾ ਹੈਗਾ ਉਹ ਬਾਰਡਰਾਂ ਤੇ ਬੈਠਾ। ਜੇ ਕੋਈ ਥੋੜਾ ਬਹੁਤਾ ਲੋਕਾਂ ਦੇ ਕੋਈ ਸੀ ਆਸ ਵੀ ਸਾਨੂੰ ਮਿਲੂਗੀ ਤਾਂ ਉਹਦੇ 'ਚ ਇਹਨਾਂ ਨੇ ਫਾਨੇ ਕੱਢ ਤੇ ਦੂਜੇ ਉਹ ਕਹਿੰਦੇ ਅਸੀਂ ਡਾਇਰੈਕਟ ਪੇਮੈਂਟ ਕਰਾਂਗੇ। ਡਾਇਰੈਕਟ ਪੇਮੈਂਟ ਦੀ ਵਜ੍ਹਾ ਕਾਰਨ ਸਾਡੀ ਇੰਨੀ ਮਤਲਬ ਘੈਂਸ ਹੁੰਦੀ ਰਹੀ ਕਿ ਸਾਡੀ ਜਿਹੜੀ ਹੈ ਕਣਕ ਦੀ ਖਰੀਦ ਵਾਲਾ ਮਾਮਲਾ ਬੜਾ ਲੇਟ ਹੋ ਗਿਆ। ਹੁਣ ਜੇ ਕਣਕ ਦੀ ਖਰੀਦ ਹੋ ਰਹੀ ਹੈ ਤਾਂ ਬਾਰਦਾਨੇ ਦਾ ਪੰਗਾ ਪਿਆ ਉਹ ਨਹੀਂ। ਇਹ ਬੜਾ ਕੁਛ ਜਿਹੜਾ ਹੈਗਾ ਪੰਜਾਬ ਪਹਿਲਾਂ ਹੀ ਮਧੋਲਿਆ ਪਿਆ, ਔਰ ਜਦੋਂ ਪੰਜਾਬ ਮਧੋਲਿਆ ਪਿਆ ਪੰਜਾਬ ਦੇ ਲੋਕਾਂ ਤੋਂ ਪੈਸੇ ਲਊਗੀ ਸਰਕਾਰ ਕਿਵੇਂ ਜੀ? ਤੇ ਜੇ ਸਰਕਾਰ ਪੈਸੇ ਨਾ ਲਊਗੀ ਤਾਂ ਉਹਨਾਂ ਨੂੰ ਫਿਰ ਜਿਹੜੇ ਦੇਣੇ ਆ 400 ਰੁਪਏ ਪ੍ਰਤੀ ਡੋਜ਼ ਲੈਣੇ, ਉਹ ਪੈਸੇ ਕਿੱਥੋਂ ਦੇਣਗੇ ਜੀ? ਉਹ ਪੈਸੇ ਤਾਂ ਫਿਰ ਸਰਕਾਰੀ ਖਜ਼ਾਨੇ 'ਚ ਦੇਣੇ, ਉੱਥੇ ਪਹਿਲਾਂ ਤੁਹਾਡਾ ਦੁਆਲਾ ਨਿਕਲਿਆ ਪਿਆ। ਇੱਕ ਬਹੁਤ ਹੀ ਭੱਦੇ ਤਰੀਕੇ ਦੇ ਨਾਲ ਇਹ ਸਾਰਾ ਕੁਛ ਕੀਤਾ। ਔਰ ਦੂਜੀ ਗੱਲ ਇਹ ਦੇਖਣ ਵਾਲੀ ਹੈ ਦਾਨੇਵਾਲੀਆ ਸਾਹਿਬ, ਪਿਛਲੇ ਸਮੇਂ ਦੇ ਵਿੱਚ ਆਪਾਂ ਜਦੋਂ ਨਿਗਾਹ ਮਾਰਦੇ ਹਾਂ, ਕਰੋਨਾ ਵਾਲੀ ਮਹਾਮਾਰੀ ਸ਼ੁਰੂ ਹੋਈ ਹੈ। ਕਰੋਨਾ ਵਾਲੀ ਮਹਾਮਾਰੀ ਨੂੰ ਮੋਦੀ ਸਰਕਾਰ ਨੇ ਆਪਣੇ ਮਿੱਤਰਾਂ ਦੇ ਲਈ ਇਸਤੇਮਾਲ ਕੀਤਾ ਹੈ ਜੀ। ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਜਿਹੜੇ ਲੇਬਰ ਕਾਨੂੰਨ ਹੈ, ਲੇਬਰ ਕਾਨੂੰਨਾਂ ਦਾ ਭੋਗ ਪਾ ਕੇ ਉਹਦੇ ਵਿੱਚ ਇਹਨਾਂ ਨੇ ਇੰਨੀਆਂ ਤਬਦੀਲੀਆਂ ਕਰ ਦਿੱਤੀਆਂ ਕਿ ਜਿਹੜੀਆਂ ਮਾੜੀਆਂ ਮੋਟੀਆਂ ਉਹਨਾਂ ਕੋਲ ਫੈਸਿਲਿਟੀਜ਼ ਸੀਗੀਆਂ ਉਹ ਵੀ ਉਹਨਾਂ ਤੋਂ ਖੋਲ੍ਹ ਗਈਆਂ। ਫਿਰ ਦੇਖਿਆ ਵੀ ਆ ਜਿਹੜੀ ਹੈਗੀ ਹੈ ਜਿਹੜੀ ਬੜੀ ਜ਼ਰਖੇਜ਼ ਜ਼ਮੀਨ ਹੈ ਪੰਜਾਬ ਦੀ, ਔਰ ਇਹ ਪੰਜਾਬ ਦੀ ਜਿਹੜੀ ਜ਼ਮੀਨ ਹੈਗੀ ਇਹਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਸੋਨਾ ਉਗਲਣਾ ਬਿਲਕੁਲ, ਕਿਉਂਕਿ ਹੁਣ ਤੇਲ ਦੀ ਬਜਾਏ ਸਾਰੇ ਦਾ ਸਾਰਾ ਜਿਹੜਾ ਹੈਗਾ ਵਪਾਰ ਉਹ ਖੇਤੀ ਦੇ ਉੱਤੇ ਆ ਗਿਆ, ਉਪਜ ਦੇ ਉੱਤੇ ਆ ਕੇ ਕੇਂਦਰਿਤ ਹੋਣਾ, ਔਰ ਉਹਨਾਂ ਦੀਆਂ ਨਜ਼ਰਾਂ ਲਲਚਾਈਆਂ ਹੋਈਆਂ। ਉਹਦਾ ਕਰਕੇ ਫਿਰ ਇਹਨਾਂ ਨੇ 3 ਜਿਹੜੇ ਕਾਲੇ ਕਾਨੂੰਨ ਬਣਾਏ, ਉਹ ਵੀ ਕਰੋਨਾ ਤੁਹਾਡੇ ਇਸੇ ਕੰਮ ਕਰੋਨਾ ਬਿਮਾਰੀ 'ਚ ਪਾਏ। ਹੁਣ ਜਦੋਂ ਪਹਿਲਾਂ 150 ਰੁਪਏ ਤੁਸੀਂ ਇੱਕ ਕੰਟਰੈਕਟ ਕੀਤਾ ਵੈ ਜੀ, 150 ਰੁਪਏ ਤੋਂ ਵਧਾ ਕੇ ਇੱਕਦਮ 400 ਰੁਪਏ ਤੱਕ 250 ਰੁਪਏ ਦਾ ਫਰਕ ਪੈਂਦਾ, ਇਹ ਬੋਝ ਪਾਇਆ ਜਾ ਰਿਹਾ ਹੈ। ਇਹ ਵੀ ਕਾਰਪੋਰੇਟ ਮਿੱਤਰਾਂ ਨੂੰ ਮਹਾਮਾਰੀ ਦਾ ਇੱਕ ਤੋਹਫਾ ਦਿੱਤਾ ਗਿਆ ਜੀ ਕਿ ਆ ਲਓ ਜੀ ਮਹਾਮਾਰੀ ਫੈਲੀ ਹੈ ਤੇ ਮਹਾਮਾਰੀ ਦੇ ਵਿੱਚ ਤੁਸੀਂ ਆਪਣੀਆਂ ਲਾ ਲਓ ਮਨਾਂ ਦੀਆਂ ਭੋਲਾ ਜੀ, ਕਮਾ ਲਓ ਜਿੰਨੇ ਤੁਸੀਂ ਕਮਾਉਣੇ, ਹੁਣ ਉਹ ਆਪਦੀ ਮਰਜ਼ੀ ਨਾਲ ਲਾਈ ਜਾਂਦੇ। ਇਹੀ ਤਾਂ ਚੀਜ਼ ਹੈ ਜਿਹੜੇ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਕਿ ਕਰੋਨਾ ਕੋਈ ਬਿਮਾਰੀ ਨਹੀਂ, ਕਰੋਨਾ ਇੱਕ ਵਾਇਰਲ ਹੈ, ਔਰ ਇਸ ਵਾਇਰਲ ਨੂੰ ਇੱਕ ਬੜੀ ਖਤਰਨਾਕ ਬਿਮਾਰੀ ਬਣਾ ਕੇ ਕਾਰਪੋਰੇਟਰਾਂ ਨੇ ਇਸਤੇਮਾਲ ਕਰਨਾ ਆਪਣੇ ਲਈ। ਇਹ ਦੇਖੋ ਤੁਸੀਂ ਕਿ ਜਿਹੜਾ ਕਰੋਨਾ ਮਹਾਮਾਰੀ ਦੇ ਦੌਰਾਨ ਦੇਸ਼ ਦੀ GDP ਡਾਊਨ ਚਲੀ ਗਈ, ਤੁਹਾਡੀ ਹਰ ਬੰਦੇ ਦੀ ਆਮਦਨ ਘਟੀ ਵੀ ਹੈ, ਲੇਕਿਨ 2 ਪਰਿਵਾਰਾਂ ਦੀ ਆਮਦਨ ਵਧੀ ਵੀ ਹੈ। ਅਦਾਨੀ ਦੀ ਉਹ ਕਿਵੇਂ ਵੱਧ ਗਈ? ਉਹ ਹੈ ਕਿ ਸਰਕਾਰ ਨੇ ਉਹਨਾਂ ਦੇ ਲਈ ਮਾਹੌਲ ਹੀ ਇਹੋ ਜਿਹਾ ਪੈਦਾ ਕਰਤਾ ਕਿ ਤੁਹਾਡੀ ਆਮਦਨ ਤੇ ਕੋਈ ਫਰਕ ਨਹੀਂ ਪੈਣਾ। ਇਵੇਂ ਜਿਵੇਂ ਜਿਹੜੀ ਹੁਣ ਤੁਹਾਡੀ ਕੋਵਾਸ਼ੀਲਡ ਵੈਕਸੀਨ ਹੈ ਜੀ, ਕੋਵਾਸ਼ੀਲਡ ਵੈਕਸੀਨ ਦੇ ਬਹਾਨੇ ਉਹਨਾਂ ਨੂੰ ਕਹਿਤਾ ਕਿ ਲੁੱਟ ਲਓ ਜਿੰਨਾ ਲੁੱਟੀ ਦਾ, ਲੁੱਟ ਲਓ, ਵੱਢ ਲਓ ਕੁਹਾੜੇ ਤੇ ਵਾਂਗੂ ਲਾਹੀ ਚੱਲੋ ਜਿੰਨਾ ਲਾਉਣਾ। ਪਰ ਉਧਰ ਢਿੱਲੋਂ ਸਾਹਿਬ ਕਿਸਾਨਾਂ ਤੇ ਬੜੇ ਗੰਭੀਰ ਦੋਸ਼ ਲਾਏ ਜਾ ਰਹੇ ਨੇ, ਕਹਿੰਦੇ ਕਿ ਕਿਸਾਨ ਜਿਹੜੇ ਨੇ ਉਹ ਕਰੋਨਾ ਖਿਲਾਫ ਜੰਗ ਦੇ ਵਿੱਚ ਬਹੁਤ ਵੱਡੀ ਰੁਕਾਵਟ ਬਣ ਰਹੇ ਨੇ। ਬਿਲਕੁਲ ਜੀ, ਇੱਕ ਤਾਂ ਜਿਹੜਾ ਪ੍ਰਵੇਸ਼ ਵਰਮਾ ਹੈ, ਸਾਹਿਬ ਸਿੰਘ ਵਰਮੇ ਦਾ ਮੁੰਡਾ, ਪਾਰਲੀਮੈਂਟ ਦਾ ਮੈਂਬਰ ਹੈ ਦਿੱਲੀ ਤੋਂ ਜੀ, ਉਹ ਹੈ। ਇੱਕ ਹੈ ਇਹਨਾਂ ਦਾ IT ਸੈੱਲ, ਭਾਰਤੀ ਜਨਤਾ ਪਾਰਟੀ ਦਾ। ਇਹਨਾਂ ਨੇ ਹੁਣ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਵੱਡੇ ਪੱਧਰ ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕਿ ਕਿਸਾਨਾਂ ਨੇ ਰਾਹ ਰੋਕਤੇ। ਅੱਛਾ ਜੀ। ਔਰ ਜਿਹੜੀ ਦਵਾਈ ਆਉਣੀ ਹੈ, ਦਵਾਈ ਨਹੀਂ ਆ ਰਹੀ, ਜਿਹੜੀ ਆਕਸੀਜਨ ਆਉਣੀ ਹੈ, ਆਕਸੀਜਨ ਨਹੀਂ ਆ ਰਹੀ, ਤੇ ਘਬਰਾਹਟ ਇੰਨੀ ਜ਼ਿਆਦਾ ਹੈ ਕਿ ਹਰਿਆਣੇ ਦੇ ਤੁਸੀਂ ਪਹਿਲਾਂ ਜ਼ਿਕਰ ਕਰਕੇ ਜਿਹੜਾ ਉੱਥੇ ਦਾ ਹੈਲਥ ਮਿਨਿਸਟਰ ਵੀ ਹੈ ਤੇ ਹੋਮ ਮਿਨਿਸਟਰ ਵੀ ਹੈ ਅਨਿਲ ਵਿਜ ਜੀ, ਅਨਿਲ ਵਿਜ ਨੇ ਜਿਹੜੀ ਹੈਗੀ ਆ ਉਹ ਇਲਜ਼ਾਮ ਲਾਤਾ ਕਿ ਜੀ ਸਾਡਾ ਤਾਂ ਜਿਹੜਾ ਹੈਗਾ ਟੈਂਕਰੀ ਚੋਰੀ ਲੁੱਟ ਲਏ ਉਹਨਾਂ ਨੇ, ਤੇ ਉਹਦੇ ਤੇ 4-5 ਜਿਹੜੇ ਵੱਡੇ ਹਸਪਤਾਲ ਹੈ ਦਿੱਲੀ ਦੇ, ਉਹ ਵੱਡੇ ਹਸਪਤਾਲਾਂ ਨੇ ਉਹਦਾ ਬੜਾ ਨੋਟਿਸ ਲਿਆ। ਉਹਨਾਂ ਨੇ ਉਹਦੇ ਤੇ ਉਹਦੀ ਚੰਗੀ ਖਿਚਾਈ ਕੀਤੀ ਹੈ ਵੀ ਘੱਟੋ ਘੱਟ ਕੇ ਤੁਸੀਂ ਡਾਕਟਰਾਂ ਨੂੰ ਤੇ ਨਾ ਕਹੋ ਵੀ ਇਹ ਡਾਕੇ ਮਾਰਨ ਲੱਗੇ ਜੀ। ਤੇ ਜੇ ਦਿੱਲੀ ਸਰਕਾਰ ਦੀ ਆਪਾਂ ਸਥਿਤੀ ਦੇਖੀਏ, ਦਿੱਲੀ ਸਰਕਾਰ ਦੇ ਤਾਂ ਪੱਲੇ ਰਿਹਾ ਕੱਖ ਨਹੀਂ। ਉੱਥੋਂ ਦਾ ਮੁੱਖ ਮੰਤਰੀ ਤਾਂ ਇੱਕ ਵਿਚਾਰਾ ਮਤਲਬ ਜਿਹੜਾ ਹੈਗਾ ਉਹ ਕੀ ਹੁੰਦੇ ਆਪਾਂ ਜਿਹੜੇ ਛੋਟੇ ਕਠਪੁਤਲੀਆਂ ਨਚਾਉਂਦੇ ਹੁੰਦੇ ਸੀ, ਤਾਂ ਕਠਪੁਤਲੀਆਂ ਵਾਲੀ ਗੱਲ ਬਣ ਗਈ ਜੀ, ਕਿਉਂਕਿ ਸਾਰੀ ਦੀ ਸਾਰੀ ਪਾਵਰ ਤਾਂ ਲੈਫਟੀਨੈਂਟ ਜਨਰਲ ਹੁੰਦੇ ਸੀ। ਹੁਣ ਤੁਸੀਂ ਦੇਖੋ ਕਿ ਜਿਹੜਾ ਹੈਗਾ ਕੋਈ ਵੀ ਕੰਮ ਕਰਨਾ ਹੈ, ਜੇ ਉਹਨੇ 6 ਦਿਨਾਂ ਦਾ ਨੋਟਿਸ ਆਪਣਾ ਤੁਹਾਡਾ ਲਾਇਆ, ਲਾਕਡਾਊਨ ਲਾਇਆ, ਉਹ ਲਾਕਡਾਊਨ ਆਪਣੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦੇ ਤੌਰ ਤੇ ਉਹਦਾ ਐਲਾਨ ਨਹੀਂ ਕਰ ਸਕਿਆ ਜੀ। ਉਹਨੂੰ ਜਾ ਕੇ ਮੀਟਿੰਗ ਕਰਨੀ ਪਈ ਗਵਰਨਰ ਦੇ ਨਾਲ, ਗਵਰਨਰ ਤੋਂ ਪ੍ਰਵਾਨਗੀ ਲਈ, ਪ੍ਰਵਾਨਗੀ ਲੈ ਕੇ ਤੇ ਫਿਰ ਉਹਨੇ ਮੀਡੀਆ ਨੂੰ ਮੁਖਾਤਬ ਹੋਇਆ ਕਿ ਅਸੀਂ ਆਹ ਕੁਛ ਕਰ ਦਿੱਤਾ। ਸੋ ਇਵੇਂ ਜਿਵੇਂ ਕਿਸਾਨਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਹੋਇਆ, ਕਿਸਾਨਾਂ ਨੂੰ, ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਵਾਸਤੇ ਕਿ ਇਸ ਮਹਾਮਾਰੀ ਦੇ ਦੌਰ ਦੇ ਵਿੱਚ
ਲੋਕ ਇਹ ਮੰਨ ਲੈਣਗੇ ਕਿ ਸੱਚਮੁੱਚ ਹੀ ਕਿਸਾਨ ਜਿਹੜੇ ਹੈਗੇ ਆ ਉਹ ਅੜਿੱਕੇ ਪਾਉਂਦੇ ਆ। ਕਿਸਾਨਾਂ ਦਾ ਪ੍ਰਤੀਕਰਮ ਉਹਦੇ ਤੇ ਆ ਗਿਆ। ਉਹ ਕਹਿੰਦੇ ਜੀ ਅਸੀਂ ਤਾਂ ਉਸ ਦੌਰ ਦੇ ਵਿੱਚ ਜੀ ਜਦੋਂ ਅਸੀਂ ਮੁਕੰਮਲ ਤੌਰ ਦੇ ਉੱਤੇ ਬੰਦ ਕਰਦੇ ਆ, ਸਾਰਾ ਕੁਝ ਕਰਦੇ ਆ, ਅਸੀਂ ਤਾਂ ਪਹਿਲਾਂ ਹੀ ਕਿਹਾ ਹੋਇਆ ਕਿ ਪੇਸ਼ੈਂਟ ਨੂੰ ਮੈਡੀਕਲ ਸਰਵਿਸਿਜ਼ ਨੂੰ ਨਹੀਂ ਰੋਕਣਾ, ਜਿਹਨੂੰ ਮਰਜ਼ੀ ਰੋਕ ਲਓ। ਵਾਕਈ ਇੱਥੋਂ ਤੱਕ ਕਿ ਜੇ ਕਿਸੇ ਦੇ ਕੋਈ ਬਿਮਾਰ ਹੈ ਬੰਦਾ, ਉਹਨੂੰ ਨਹੀਂ ਰੋਕਣਾ, ਜੇ ਕਿਸੇ ਦੇ ਕੋਈ ਵਿਆਹ ਉਹਨੂੰ ਨਹੀਂ ਰੋਕਣਾ, ਜੇ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਉਹ ਵੀ ਨਹੀਂ ਰੋਕਣਾ। ਅਸੀਂ ਤਾਂ ਲੋਕਾਂ ਨੂੰ ਰੋਕਦੇ ਕਿੱਥੇ? ਉਹ ਕਹਿੰਦੇ ਅਸੀਂ ਤਾਂ ਦਿੱਲੀ ਜਾ ਰਹੇ ਸੀ ਜੰਤਰ ਮੰਤਰ ਜਾਂ ਰਾਮਲੀਲਾ ਗਰਾਊਂਡ ਦੇ ਵਿੱਚ, ਸਾਡੇ ਰਾਹ ਤਾਂ ਜਿਹੜੇ ਹੈਗੇ ਕੇਂਦਰ ਸਰਕਾਰ ਨੇ ਰੋਕੇ। ਅਸੀਂ ਉੱਥੇ ਬੈਠੇ, ਅਸੀਂ ਸੜਕਾਂ ਦੇ ਉੱਤੇ ਥਾਂ ਛੱਡਿਆ ਹੋਇਆ, ਲੇਕਿਨ ਸੜਕਾਂ ਦੇ ਉੱਤੇ ਬੈਰੀਕੇਡ ਤਾਂ ਕੇਂਦਰ ਸਰਕਾਰ ਨੇ ਲਾਏ, ਉਹਨੇ ਰੋਕ ਲਾਈ, ਅਸੀਂ ਤਾਂ ਨਹੀਂ ਲਾਈ। ਸੋ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹੈ। ਪਰ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਤੁਸੀਂ ਖੋਲ ਦਿਓ। ਔਰ ਨਾਲ ਇੱਕ ਹੋਰ ਗੱਲ ਕਰਤੀ ਇਹਨਾਂ ਨੇ, ਕਿਸਾਨਾਂ ਨੂੰ ਕਹਿੰਦੇ ਜੀ ਤੁਸੀਂ ਆਪਣੀ ਜਿਹੜੀ ਹੈਗੀ ਟੈਸਟਿੰਗ ਵੀ ਕਰਾਓ। ਅੱਜ ਬੰਦੇ ਭੇਜਤੇ ਉੱਥੇ। ਅੱਛਾ ਜੀ। ਅੱਜ ਅਫਸਰ ਭੇਜਤੇ, ਕਹਿੰਦੇ ਜੀ ਤੁਸੀਂ ਪਹਿਲੀ ਗੱਲ ਤਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਕਰੋਨਾ ਨੂੰ ਮੁੱਖ ਰੱਖਦੇ ਹੋਇਆ ਤੁਸੀਂ ਆਪਣਾ ਅੰਦੋਲਨ ਮੁਲਤਵੀ ਕਰ ਦਿਓ ਤੇ ਘਰੋਂ ਘਰੀ ਜਾਓ। ਉਹ ਕਹਿੰਦੇ ਜੀ ਨਹੀਂ ਜਾਂਦੇ। ਫਿਰ ਕਹਿੰਦੇ ਜੀ ਤੁਹਾਡੇ ਅਸੀਂ ਟੈਸਟ ਕਰ ਰਹੇ ਤੇ ਫਿਰ ਵੈਕਸੀਨੇਸ਼ਨ ਵੀ ਕਰਨੀ ਹੈ। ਕਿਸਾਨ ਕਹਿੰਦੇ ਕਿ ਸਾਡਾ ਇਹ ਦੱਸ ਦਿਓ ਕਿ ਕਰੋਨਾ ਨਾਲ ਇੱਕ ਵੀ ਬੰਦਾ ਮਰਿਆ ਹੋਵੇ। ਸਾਡੇ ਜਿੰਨੀਆਂ ਵੀ ਮੌਤਾਂ ਹੋਈਆਂ 450 ਤੋਂ ਉੱਪਰ ਮੌਤਾਂ ਹੋ ਗਈਆਂ ਜੀ। ਇਹ ਮੌਤਾਂ ਜਿਹੜੀਆਂ ਹੈਗੀਆਂ ਵੱਖ-ਵੱਖ ਕਾਰਨਾਂ ਕਰਕੇ, ਹੋਰਾਂ ਕਰਕੇ ਹੋਈਆਂ, ਲੇਕਿਨ ਕਰੋਨਾ ਕਰਕੇ ਨਹੀਂ ਹੋਈ। ਔਰ ਅਸੀਂ ਇਹ ਨਹੀਂ ਕਹਿੰਦੇ ਵੈਕਸੀਨੇਸ਼ਨ ਕਰਨੀ ਹੈ ਤੁਸੀਂ ਕਰ ਦਿਓ। ਮਤਲਬ ਹੈ ਕਿ ਕਿਸਾਨਾਂ ਨੂੰ ਜਰਕਾਉਣ ਵਾਸਤੇ, ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਸ ਕਿਸਮ ਦੀ ਇਲਜ਼ਾਮ ਤਰਾਸ਼ੀ ਕੀਤੀ ਜਾ ਰਹੀ ਹੈ ਤੇ ਉਸ ਇਲਜ਼ਾਮ ਤਰਾਸ਼ੀ ਦੇ ਵਿੱਚ ਕੋਈ ਦਮ ਨਹੀਂ ਹੈ, ਕੋਈ ਜਾਨ ਨਹੀਂ ਹੈ। ਉਹ ਤਾਂ ਖਾਮਖਾਹ ਉਹਨਾਂ ਨੂੰ ਇੱਕ ਬਦਨਾਮ ਕਰਨ ਦਾ ਤਰੀਕਾਕਾਰ ਅਪਣਾਇਆ ਤੇ ਉਹਨਾਂ ਨੇ ਉਹਦਾ ਮਕੂਲ ਜਵਾਬ ਦੇ ਦਿੱਤਾ ਕਿ ਨਹੀਂ ਜੀ ਅਸੀਂ ਨਹੀਂ ਇਹ ਕੁਛ ਕਰਨਾ, ਜੋ ਮਰਜ਼ੀ ਹੈ ਕਰ ਲਓ, ਨਾ ਅਸੀਂ ਛੱਡ ਰਹੇ, ਅਸੀਂ ਉਨੀ ਦੇਰ ਘਰਾਂ ਨੂੰ ਨਹੀਂ ਜਾਵਾਂਗੇ ਜਿੰਨੀ ਦੇਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ। ਅਸੀਂ ਤਾਂ ਇੱਥੇ ਬੈਠੇ ਹਾਂ। ਔਰ ਉਹਨਾਂ ਨੇ ਜਿਹੜੀਆਂ ਆਪਣੀਆਂ ਮਹਾ ਪੰਚਾਇਤਾਂ ਉਹ ਆਪਣੇ ਥਾਂ ਦੇ ਉੱਤੇ, ਤੇ ਹੁਣ ਤਾਂ ਤੁਸੀਂ ਦਾਨੇਲੀਆ ਸਾਹਿਬ ਹੀ ਦੇਖੋ, ਕੱਲ ਬੀਬੀਆਂ ਸਮੇਤ ਪੰਜਾਬ ਦੇ 3 ਵਾਰਡਰਾਂ ਤੋਂ ਜੀ, ਕਿੱਲਿਆਂ ਵਾਲੀ, ਡੱਬ ਵਾਲੀ, ਫਿਰ ਤੁਹਾਡੀ ਖਨੌਰੀ ਤੇ ਸਰਦੂਲਗੜ੍ਹ ਜੀ, 3 ਵਾਰਡਰਾਂ ਤੋਂ 15,000 ਕਿਸਾਨਾਂ ਦੇ ਜਥੇ ਹੈ ਜਿਹੜੇ ਉਹ ਆਪੋ ਆਪਣੇ ਟਰੈਕਟਰਾਂ ਦੇ ਰਾਹੀਂ ਦਿੱਲੀ ਪਹੁੰਚ ਗਏ। ਇਹ ਕਹਿੰਦੇ ਸੀਗੇ ਜੀ ਆਪਰੇਸ਼ਨ ਕਲੀਨ, ਤੇ ਉਹ ਕਹਿੰਦੇ ਆਪਰੇਸ਼ਨ ਸ਼ਕਤੀ ਹੁਣੀ। ਹੁਣ ਸ਼ਕਤੀ ਤੋਂ ਅਗਲੀ ਗੱਲ ਵੀ ਹੋਊਗੀ ਆਪਰੇਸ਼ਨ ਲਲਕਾਰ ਆ ਗਿਆ ਕਿ ਅਸੀਂ ਤਾਂ ਜੀ ਲਲਕਾਰਨ ਵਾਸਤੇ ਆ ਗਏ ਤੇ ਜਿਹੜਾ ਤੁਸੀਂ ਕੁਛ ਕਰਨਾ ਸਾਡੇ ਜੋ ਕੁਛ ਕਰਨਾ ਕਰ ਲਓ। ਜਿੰਨਾ ਇਹ ਬਦਨਾਮ ਕਰਨ ਦਾ ਯਤਨ ਕਰਦੇ ਆ, ਉਹ ਜਬੇ ਬਾਣ ਲੱਗੇ ਤਵੇ ਰੋਸ ਜਾਗੇ। ਉਹਨਾਂ ਦੇ ਵਿੱਚ ਉਹਨਾਂ ਪ੍ਰਤੀਕਰਮ ਹੁੰਦਾ ਹੈ। ਇਹ ਉਹਨਾਂ ਮੇਰਾ ਖਿਆਲ ਹੈ ਵੀ ਇੱਕ ਬਿਆਨ ਦੇ ਨਾਲ ਕਿਸਾਨ ਅੰਦੋਲਨ ਨੂੰ ਇੱਕ ਪੁੱਠਾ ਜਿਹਾ ਬਿਆਨ ਦੇ ਕੇ ਉਹਨਾਂ ਨੂੰ ਤਕੜਾ ਕਰ ਦਿੰਦੇ ਆ। ਉਹ ਜਿਹੜੇ ਘਰੇ ਆਏ ਹੁੰਦੇ ਉਹ ਵੀ ਤੁਰ ਪੈਂਦੇ ਉੱਧਰ ਨੂੰ। ਹਾਂਜੀ। ਤੇ ਢਿੱਲੋਂ ਸਾਹਿਬ, ਵਿਕਾਸ ਦੁਬੇ ਮਾਮਲੇ ਦੇ ਵਿੱਚ ਕਹਿੰਦੇ ਪੁਲਿਸ ਤਾਂ ਦੁੱਧ ਧੋਤੀ ਨਿਕਲੇ ਜੀ। ਦੇਖੋ, ਵਿਕਾਸ ਦੁਬੇ ਵਾਲਾ ਮਾਮਲਾ ਜਿਹੜਾ ਹੋਇਆ ਹੈ, ਇਹ ਸਾਰੀ ਦੁਨੀਆ ਨੂੰ ਪਤਾ ਹੈ ਕਿ ਵਿਕਾਸ ਦੁਬੇ ਦਾ ਜਿਹੜਾ ਪਿੰਡ ਹੈ, ਬਿਕਰੂ ਪਿੰਡ ਹੈ, ਤਾਂ ਉਹ ਪੈਂਦਾ ਤੁਹਾਡਾ ਉਹਦੇ 'ਚ ਕਾਨਪੁਰ 'ਚ। ਬਿਕਰੂ ਪਿੰਡ ਦੇ ਵਿੱਚ ਵਿਕਾਸ ਦੁਬੇ ਰਹਿੰਦਾ ਤੇ ਉੱਥੋਂ ਦਾ ਉਹ ਗੈਂਗਸਟਰ ਹੈ, ਜਾਂ ਉਹਨੂੰ ਆਪਾਂ ਲੱਠਮਾਰ ਕਹਿ ਦਈਏ, ਬਾਹੂਬਲੀ ਕਹਿ ਦਈਏ, ਕੁਛ ਵੀ ਹੈ। ਕੱਲਾ ਬਾਹੂਬਲੀ ਨਹੀਂ, ਸਗੋਂ ਰੂਲਿੰਗ ਪਾਰਟੀ ਜਿਹੜੀ ਹੁੰਦੀ ਹੈ ਮੌਕੇ ਦੀ, ਉਹਨੂੰ ਕਿਵੇਂ ਇਸਤੇਮਾਲ ਕਰਨਾ ਇਸ ਜੁਗਤ ਤੋਂ ਉਹ ਚੰਗੀ ਤਰ੍ਹਾਂ ਜਾਣੂ ਸੀ ਜੀ। ਜੇ ਸਮਾਜਵਾਦੀ ਪਾਰਟੀ ਦਾ ਰਾਜ ਹੁੰਦਾ ਸੀ ਤਾਂ ਉਹਦੇ ਹੱਥ ਦੇ ਵਿੱਚ ਸਮਾਜਵਾਦੀਆਂ ਦਾ ਝੰਡਾ ਹੁੰਦਾ, ਬਹੁਜਨ ਸਮਾਜ ਪਾਰਟੀ ਦਾ ਹੁੰਦਾ ਤਾਂ ਉਹਦੇ ਕੋਲੇ ਉਹ ਹੁੰਦਾ। ਤੇ ਹੁਣ ਭਾਰਤੀ ਜਨਤਾ ਪਾਰਟੀ ਦਾ ਰਾਜ ਉੱਥੇ ਕਾਫੀ ਸਮੇਂ ਤੋਂ ਹੈ ਤੇ ਅੱਜ ਕੱਲ੍ਹ ਉਹ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਖੈਰ ਖੁਆਹ ਬਣਿਆ ਹੋਇਆ ਸੀ। ਪਿੱਛੇ ਉੱਥੇ ਚੋਣਾਂ ਹੋਈਆਂ ਸੀ, ਚੋਣਾਂ ਵੇਲੇ ਮੱਧ ਪ੍ਰਦੇਸ਼ ਦੇ ਵਿੱਚੋਂ ਇੱਕ ਵੱਡਾ ਪਾਵਰਫੁਲ ਲੀਡਰ ਬੀਜੇਪੀ ਦਾ ਆਇਆ ਸੀ, ਅਬਜ਼ਰਵਰ ਬਣ ਕੇ, ਉਹ ਉਹਦੇ ਕਰੀਬ ਸੀ ਜੀ। ਪੁਲਿਸ ਦੇ ਵਿੱਚ ਵੀ ਇੱਕ ਧੜੇ ਦੇ ਨਾਲ ਉਹਦੀ ਬੜੀ ਮਿਲ ਕੇ ਉਹ ਚੱਲਦਾ ਸੀ ਤੇ ਪਰ ਜਿਹੜਾ ਫਰਜ਼ ਸਨਾਸ਼ ਗਰੁੱਪ ਸੀ ਉਹ ਇਸ ਗੱਲ ਦੇ ਉੱਤੇ ਔਖੇ ਸੀ ਕਿ ਇੱਕ ਬਦਮਾਸ਼ ਬੰਦਾ, ਇੱਕ ਬੰਦਾ ਜਿਹੜਾ ਹੈਗਾ ਗੈਂਗਸਟਰ ਹੋਵੇ, ਬਾਹੂਬਲੀ ਹੋਵੇ ਜੀ, ਤੇ ਉਹ ਇੱਕ ਮੌਜ਼ਜ਼ ਬੰਦੇ ਦੇ ਜਿਹੜੇ ਹੈਗੇ ਹੱਕ ਹਕੂਕ ਸਾਰੇ ਉਹਨੇ ਉਹ ਆਕੂਪਾਈ ਕੀਤੇ ਹੋਣੇ, ਗੱਲ ਠੀਕ ਨਹੀਂ। ਉਹ ਥਾਣੇ ਵਾਲਿਆਂ ਨੂੰ ਹੁਕਮ ਦਿੰਦਾ ਤੇ ਥਾਣੇ ਵਾਲੇ ਇਹਦੇ ਹੁਕਮ ਮੰਨਦੇ, ਗੱਲ ਠੀਕ ਨਹੀਂ। ਇਹ ਉੱਥੇ ਕੋਈ ਭਲਾ CEO ਆ ਗਿਆ, ਸਰਕਲ ਆਫਿਸਰ ਜਿਹਨੂੰ ਕਹਿੰਦੇ ਜੀ, ਉਹਨੇ ਆ ਕੇ ਉਹਦਾ ਰਿਕਾਰਡ ਵਗੈਰਾ ਦੇਖ ਕੇ ਉਹ ਕਹਿੰਦਾ ਵੀ ਇਹਨੂੰ ਹੱਥ ਕਿਉਂ ਨਹੀਂ ਪਾਉਂਦੇ। ਆਲੇ ਕੌਡੀ ਛਿੱਕੇ ਕੌਡੀ ਹੇਠਲੀ ਪੁਲਿਸ ਨੇ ਕੀ ਕੁਛ ਕਰਨਾ ਸੀ। ਉਹਨੇ ਆਂਢ ਗੁਆਂਢ ਦੇ ਜਿਹੜੇ ਸੀਗੇ ਥਾਣਿਆਂ ਵਾਲੇ ਪੁਲਿਸ ਇਕੱਠੀ ਕੀਤੀ ਵੀ ਚਲੋ ਭਾਈ ਆਪਾਂ ਕਰਦੇ ਹਾਂ ਜੀ। ਤਾਂ ਇੱਕ ਥਾਣੇ ਦੇ SHO ਨੇ ਹੀ ਉਹਨੂੰ ਮਤਲਬ ਸੂਚਿਤ ਕਰਤਾ ਕਿ ਲੈ ਭਾਈ ਤੈਨੂੰ ਫੜਨ ਵਾਸਤੇ ਅੱਜ ਆ ਰਿਹਾ, ਤੇਰੇ ਤੇ ਕੋਈ ਕਾਰਵਾਈ ਹੋਣੀ ਹੈ। ਆਏ ਤਾਂ ਉਹੀ ਹਾਂ। ਤੇ ਬੰਦਾ ਉਹ ਇੰਨਾ ਹੰਕਾਰਿਆ ਹੋਇਆ ਸੀ, ਉਹਨੂੰ ਇੰਨੀ ਮਤਲਬ ਜਿਹੜੀ ਹੈਗੀ ਹੈ ਭੁਲੇਖਾ ਸੀ ਕਿ ਮੈਂ ਬਹੁਤ ਪਾਵਰਫੁਲ ਆਦਮੀ ਹਾਂ। ਉਹਨੇ ਆਪਣੇ ਸਾਰੇ ਜਿੰਨੇ ਯਾਰ ਬੇਲੀ ਸੀ ਲਗਾੜੇ, ਉਹ ਸਾਰੇ ਆਪਦੇ ਘਰੇ ਇਕੱਠੇ ਕਰ ਲਏ। ਪਿੰਡ ਦੇ ਵਾਰ-ਵਾਰ ਜਿੱਥੋਂ ਪੁਲਿਸ ਦੀਆਂ ਗੱਡੀਆਂ ਨੇ ਇੰਟਰ ਕਰਨਾ ਸੀ, ਉੱਥੇ JCB ਮਸ਼ੀਨਾਂ ਲਾ ਕੇ ਢਿੱਕੇ ਖੜੇ ਕਰਤੇ। ਜੀ। ਪੁਲਿਸ ਨੇ ਆ ਕੇ ਆਪਣੀਆਂ ਗੱਡੀਆਂ ਖੜੀਆਂ ਕੀਤੀਆਂ, CEO ਦੀ ਅਗਵਾਈ ਦੇ ਵਿੱਚ ਉਹਦੇ ਘਰ ਚਲੇ ਗਏ।
ਫਿਰ ਉੱਥੇ ਜੋ ਕੁਛ ਹੋਇਆ ਹੈ, ਹੂੰ 8 ਪੁਲਿਸ ਵਾਲਿਆਂ ਨੂੰ ਉੱਥੇ ਬੁਰੀ ਤਰ੍ਹਾਂ ਗੋਲੀਆਂ ਮਾਰ ਕੇ ਵੱਢ ਟੁੱਕ ਕੇ ਉਹਨਾਂ ਨੂੰ ਕਤਲ ਕਰਤਾ। ਜੀ ਉਹ ਬੰਦੇ 8 ਮਰ ਗਏ ਕਿਉਂਕਿ ਪੁਲਿਸ ਦੇ ਉੱਤੇ ਅਟੈਕ ਹੋ ਗਿਆ। ਹੂੰ ਅਟੈਕ ਹੋਣ ਤੋਂ ਬਾਅਦ ਫਿਰ ਪੁਲਿਸ ਵੀ ਬੇਕਾਬੂ ਹੋ ਜਾਂਦੀ ਹੈ। ਬਿਲਕੁਲ। ਜਦੋਂ ਪੁਲਿਸ ਬੇਕਾਬੂ ਹੋ ਗਈ ਤਾਂ ਫਿਰ ਜਿਹੜੇ ਪ੍ਰਭੂ ਸੀ, ਹੂੰ ਉਹਦੇ ਰਾਜਨੀਤਿਕ ਸਰਪ੍ਰਸਤ ਸੀ, ਉਹ ਰਾਜਨੀਤਿਕ ਸਰਪ੍ਰਸਤ ਵੀ ਨਹੀਂ ਕੁਝ ਕਰ ਸਕਦੇ। ਜੋਗੀ ਆਦਿੱਤਿਆਨਾਥ ਵੀ ਉਸੇ ਲੋਟੀ ਪੈ ਗਿਆ। ਜੀ। ਇੱਕ ਕਰਕੇ ਜੀ ਪਹਿਲੇ ਦਿਨਾਂ ਦੇ ਵਿੱਚ ਉਹਦੇ ਕੁਝ ਬੰਦੇ ਮਾਰਤੇ। ਹੂੰ ਆਪ ਉਹ ਬੰਦਾ ਚਲਾ ਗਿਆ ਮੱਧ ਪ੍ਰਦੇਸ਼ ਦੇ ਵਿੱਚ। ਫਿਰ ਇੱਕ ਦਿਨ ਉਜੈਨ ਦੇ ਇੱਕ ਮੰਦਿਰ ਦੇ ਵਿੱਚੋਂ ਪ੍ਰਗਟ ਹੁੰਦਾ ਹੈ, ਜੀ, ਜਿੱਥੇ ਮੀਡੀਆ ਵਾਲਿਆਂ ਨੂੰ ਵੀ ਬੁਲਾਉਂਦਾ ਹੈ ਔਰ ਮੀਡੀਆ ਵਾਲਿਆਂ ਨੂੰ ਬੁਲਾ ਕੇ ਤੇ ਉਹ ਐਲਾਨ ਕਰਦਾ ਹੈ ਕਿ ਮੈਂ ਆ ਵਿਕਾਸ ਦੁਬੇ ਕਾਨਪੁਰ ਵਾਲਾ। ਜੀ। ਔਰ ਉੱਥੇ ਫਿਰ ਪੁਲਿਸ ਆ ਜਾਂਦੀ ਹੈ, ਪੁਲਿਸ ਉਹਨੂੰ ਹਿਰਾਸਤ 'ਚ ਲੈ ਲੈਂਦੀ ਹੈ। ਹੂੰ ਲੇਕਿਨ ਉਹਦੀ ਬਕਾਇਦਾ ਗ੍ਰਿਫਤਾਰੀ ਨਹੀਂ ਹੁੰਦੀ। ਜੀ। ਕਾਨਪੁਰ ਦੀ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਤੇ ਫਿਰ ਕਾਨਪੁਰ ਤੋਂ STF ਜਾਂਦੀ ਹੈ। ਅੱਛਾ ਜੀ। STF ਜਾ ਕੇ ਉਹਨੂੰ ਲੈਂਦੀ ਹੈ ਆਪਣੇ ਕਬਜ਼ੇ ਦੇ ਵਿੱਚ। ਮੀਡੀਆ ਨੂੰ ਪਹਿਲਾਂ ਹੀ ਸੀ ਕਿ ਇਹਦਾ ਕੁਝ ਹੋਊਗਾ। ਹੂੰ ਮੀਡੀਆ ਦੀਆਂ ਗੱਡੀਆਂ ਮਗਰ ਲੱਗੀਆਂ ਵੀ ਹੈ। ਜੀ। ਅਖੀਰ ਕਾਨਪੁਰ ਦੇ ਕੋਲੇ ਆ ਕੇ ਇੱਕ ਥਾਂ ਦੇ ਉੱਤੇ ਟੋਲ ਪਲਾਜ਼ਾ ਸੀ। ਹੂੰ ਟੋਲ ਪਲਾਜ਼ਾ ਦੇ ਨਾਲ ਵਾਲਿਆਂ ਨੂੰ ਮੇਰਾ ਖਿਆਲ ਹੈ ਪਹਿਲਾਂ ਹੀ ਮੈਸੇਜ ਕਰਤਾ ਹੋਣਾ ਹੈ ਹਾਂ ਕਰ ਦਿੰਦੇ ਆ ਵੀ ਕਿ ਭਾਈ ਇਹਨਾਂ ਨੂੰ ਕਹੋ ਵੀ ਹੁਣ ਅਸੀਂ ਜਦੋਂ ਆਹ ਗੱਡੀਆਂ ਟੱਪ ਗਈਆਂ ਤੇ ਨਾਲ ਦੀ ਨਾਲ ਕਰੋ। ਪੁਲਿਸ ਦੀਆਂ ਗੱਡੀਆਂ ਟੱਪ ਗਈਆਂ ਜਿਨ੍ਹਾਂ ਦੇ ਵਿੱਚ ਵਿਕਾਸ ਦੁਬੇ ਵੀ ਸੀ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਜਿਹੜਾ ਡੰਡਾ ਜਿਹਾ ਡਿੱਗ ਪਿਆ ਤੇ ਜਾਮ ਲੱਗ ਗਿਆ। ਫਾਟਕ ਲੱਗ ਗਿਆ, ਜਾਮ ਲੱਗ ਗਿਆ। ਤੇ ਜਾਮ ਕਦੋਂ ਤੱਕ ਲੱਗਿਆ ਰਿਹਾ? 15-20 ਮਿੰਟ ਬਾਅਦ ਸੈਨਿਕ ਲੱਗੇ ਤੇ ਉਦੋਂ ਤੱਕ ਲੱਗਿਆ ਰਿਹਾ ਜਦੋਂ ਫਾਇਰਿੰਗ ਦੀ ਆਵਾਜ਼ ਬੰਦ ਹੋ ਗਈ। ਜੀ। ਇੱਕਦਮ ਪਹਿਲਾਂ ਫਾਇਰਿੰਗ ਹੋ ਗਈ ਤੇ ਫਾਇਰਿੰਗ ਦੀ ਆਵਾਜ਼ ਬੰਦ ਹੋ ਗਈ ਤੇ ਜਾਮ ਖੁੱਲ ਗਿਆ। ਹੂੰ ਅਗਾਂਹ ਜਾ ਕੇ ਜਦੋਂ ਪੱਤਰਕਾਰਾਂ ਨੇ ਦੇਖਿਆ ਤੇ ਇੱਕ ਥਾਂ ਦੇ ਉੱਤੇ ਗੱਡੀ ਵਿਕਾਸ ਦੁਬੇ ਜਿਹੜਾ ਹੈਗਾ ਉਹ ਟੇਢਾ ਹੋਇਆ ਪਿਆ। ਹੂੰ ਕੋਲੇ ਉਹਦੇ ਇੱਕ ਰਾਈਫਲ ਪਈ ਹੈ ਤੇ ਫਿਰ ਜੀ ਸਕੀਮ ਮਤਲਬ ਜਿਹੜੀ ਹੈ ਸਟੋਰੀ ਜਿਵੇਂ ਪੁਲਿਸ ਬਣਾਉਂਦੀ ਹੁੰਦੀ ਹੈ। ਹਾਂਜੀ। ਗੱਡੀ ਪਲਟ ਗਈ ਜੀ, ਵਿੱਚੋਂ ਉਹ ਜੀ ਨਿਕਲ ਗਿਆ। ਉਹ ਪੁਲਿਸ ਭੱਜਣ ਲੱਗਿਆ ਜੀ। ਪੁਲਿਸ ਦੀ ਰਾਈਫਲ ਖੋਹ ਕੇ ਲੈ ਗਿਆ ਜੀ। ਫਿਰ ਭੱਜਣ ਲੱਗਿਆ, ਅਸੀਂ ਉਹਨੂੰ ਲਲਕਾਰਿਆ, ਉਹ ਰੁਕਿਆ ਨਹੀਂ। ਉਹਨੇ ਸਾਡੇ ਤੇ ਫਾਇਰਿੰਗ ਕਰਤੀ, ਜਵਾਬੀ ਫਾਇਰਿੰਗ ਅਸੀਂ ਕਰਤੀ। ਸਾਨੂੰ ਤਾਂ ਝਰੀਟ ਨਹੀਂ ਆਈ ਤੇ ਉਹ ਬੰਦਾ ਮਰ ਗਿਆ। ਜੀ। ਇਹ ਸਟੋਰੀ ਬਣਾ ਕੇ ਕਹਿਤਾ ਜੀ ਵਿਕਾਸ ਦੁਬੇ ਮਰ ਗਿਆ। ਟੈਰਰ ਇੰਨਾ ਸੀ ਪੁਲਿਸ ਦਾ ਕਿ ਉਹਦੇ ਪਰਿਵਾਰ ਦੇ ਮੈਂਬਰ ਵੀ ਜਿਹੜੇ ਹੈਗੇ ਉਹ ਦਹਿਸ਼ਤ ਜਿੱਦਾਂ ਸੀ, ਉਹਨਾਂ ਨੇ ਵੀ ਕਿਸੇ ਨੇ ਕੱਖ ਨਹੀਂ ਬੋਲਿਆ। ਹੂੰ ਔਰ ਉਹ ਤੋਂ ਬਾਅਦ ਜਿਹੜੇ ਹੈਗੇ ਕੁੱਲ ਟੋਟਲ ਬੰਦੇ ਵੇਖੇ ਵਿਕਾਸ ਦੁਬੇ ਸਮੇਤ ਉਹਦੇ ਗੈਂਗ ਦੇ 5 ਬੰਦੇ ਮਾਰੇ ਗਏ ਜੀ ਕੁਛ ਹੀ ਦਿਨਾਂ 'ਚ। 5 ਬੰਦੇ ਮਰਨ ਤੋਂ ਬਾਅਦ ਕੋਈ ਸੱਜਣ ਚਲਾ ਗਿਆ ਸੁਪਰੀਮ ਕੋਰਟ ਦੇ ਵਿੱਚ ਕਿ ਜੀ ਦੀ ਪੜਤਾਲ ਹੋਣੀ ਚਾਹੀਦੀ ਹੈ। ਜੀ। ਤੇ ਸੁਪਰੀਮ ਕੋਰਟ ਦਾ ਹੁਣ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਹਾਈ ਕੋਰਟਾਂ ਦਾ ਤਾਂ ਨਜ਼ਰੀਆ ਹੋਰ ਹੈ ਤੇ ਸੁਪਰੀਮ ਕੋਰਟ ਜਿਹੜੀ ਹੈ ਉਹ ਰਾਜਨੀਤਿਕ, ਅੱਜ ਕੱਲ੍ਹ ਸੁਪਰੀਮ ਕੋਰਟ ਦੇ ਤੇ ਇਲਜ਼ਾਮ ਲੱਗਦੇ ਕਿ ਉਹ ਰਾਜਨੀਤਿਕ ਤੌਰ ਤਰੀਕਿਆਂ ਦੇ ਨਾਲ ਜਿਹੜੇ ਹੈਗੇ ਆ ਡਿਸੀਜਨ ਲੈਂਦੀ ਹੈ। ਬਿਲਕੁਲ। ਔਰ ਉਹ ਰਾਜਨੀਤਿਕ ਲੋੜ ਕੀ ਸੀਗੀ ਜੋਗੀ ਆਦਿੱਤਿਆਨਾਥ ਦੀ? ਉਹ ਕਹਿੰਦੇ ਜੀ ਫਿਰ ਇਹਦੀ ਪੜਤਾਲ ਵਾਸਤੇ ਆਪਾਂ ਇੱਕ ਕਮੇਟੀ ਬਣਾ ਦਈਏ, ਕਮਿਸ਼ਨ ਬਣਾ ਦਈਏ। ਕਹਿੰਦੇ ਜੀ ਬਣਾ ਦਿਓ ਜੀ। ਕਹਿੰਦੇ ਜੀ ਫਿਰ ਅਫਸਰ ਕਿਹੜੇ ਕਿਹੜੇ ਪਾਈਏ? ਅੱਛਾ ਜੀ। ਤੇ ਦਾਨੇਲ ਕੇ ਸਭ ਹੈਰਾਨੀ ਹੋਊਗੀ ਤੁਹਾਨੂੰ, ਅਫਸਰ ਕਿਹੜੇ ਪਾਏ? ਅਫਸਰ BS ਚੌਹਾਨ ਇੱਕ ਸੁਪਰੀਮ ਕੋਰਟ ਦਾ ਰਿਟਾਇਰਡ ਜੱਜ ਜੀ, ਇੱਕ ਰਿਟਾਇਰਡ ਹਾਈ ਕੋਰਟ ਜੱਜ, ਇੱਕ ਜਿਹੜਾ ਹੈਗਾ ਜੀ ਰਿਟਾਇਰਡ DGP ਜੀ। ਔਰ ਇਹ ਅਫਸਰਾਂ ਦੀ ਚੋਣ ਕਿਹਨੇ ਕੀਤੀ ਹੈ? ਸੁਪਰੀਮ ਕੋਰਟ ਨੇ ਨਹੀਂ ਕੀਤੀ। ਇਹ ਚੋਣ ਕੀਤੀ ਹੈ UP ਸਰਕਾਰ ਨੇ ਜੀ। ਜੋਗੀ ਸਰਕਾਰ ਨੇ ਜਿਹੜੀ ਲਿਸਟ ਦਿੱਤੀ ਤੇ ਉਸੇ ਲਿਸਟ ਦੇ ਆਧਾਰ ਤੇ ਕਹਿੰਦੇ ਲਿਆਓ ਜੀ ਕਰਦੇ ਨੇ ਕੰਮ। ਉਹਨਾਂ ਨੂੰ ਫੜਾਤਾ ਤੇ ਹੁਣ ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਹੈ ਤਿਆਰ ਕਰ ਲਈ। ਰਿਪੋਰਟ ਤਿਆਰ ਕਰਕੇ 2-3 ਗੱਲਾਂ ਕਹੀਆਂ ਉਹਨਾਂ ਨੇ। ਕਹਿੰਦੇ ਜੀ ਅਸੀਂ ਬੈਠੇ ਰਹੇ, ਅਸੀਂ ਅਖਬਾਰਾਂ 'ਚ ਇਸ਼ਤਿਹਾਰ ਦਿੱਤੇ ਕਿ ਆਓ ਭਾਈ ਦੱਸੋ ਇਸ ਕੇਸ ਬਾਰੇ, ਜੇ ਕਿਸੇ ਨੇ ਦੱਸਣਾ ਕੋਈ ਦੱਸਣੀ ਨਹੀਂ ਹੈ। ਮੀਡੀਆ ਜੀ ਨੇ ਇਹ ਖਬਰਾਂ ਚਲਾਈਆਂ ਸੀ। ਮੀਡੀਆ ਵਾਲਿਆਂ ਨੇ ਕਹਿੰਦੇ ਜੀ ਸਾਨੂੰ ਮਤਲਬ ਕੋਈ ਐਵੀਡੈਂਸ ਨਹੀਂ ਪ੍ਰੋਵਾਈਡ ਕੀਤੀ। ਈਵਨ ਉਹਦੀ ਵਾਈਫ ਵੀ ਸਾਡੇ ਕੋਲ ਨਹੀਂ ਆਈ ਜਦੋਂ ਕੋਈ ਕਹਿੰਦੇ ਦੱਸਣ ਹੀ ਨਹੀਂ ਆਇਆ ਜੀ, ਤੇ ਕੋਈ ਸਾਡੇ ਕੋਲ ਸਬੂਤ ਹੀ ਨਹੀਂ ਆਏ। ਸਬੂਤਾਂ ਦੀ ਅਣਹੋਂਦ ਦੀ ਵਜ੍ਹਾ ਕਾਰਨ ਪੁਲਿਸ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ ਜੀ। ਉਹਨਾਂ ਨੇ ਜੀ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ। ਵੱਡਾ ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਲੋਕ ਜਿਹੜੇ ਹੈਗੇ ਆ, ਜਦੋਂ ਲੋਕਾਂ ਨੂੰ ਪਤਾ ਕਿ ਬੰਦਾ ਸ਼ਰੇਆਮ ਮਾਰੇ ਜੀ, ਉਹਦੇ ਨਾਲ ਦੇ ਬੰਦੇ ਮਾਰੇ ਹੈ, ਲੋਕ ਐਵੀਡੈਂਸ ਕਿਉਂ ਨਹੀਂ ਦਿੰਦੇ? ਕਿਉਂਕਿ ਲੋਕਾਂ ਨੂੰ ਹੁਣ ਸਿਸਟਮ ਦੇ ਉੱਤੇ ਵਿਸ਼ਵਾਸ ਨਹੀਂ ਰਿਹਾ। ਉਹਨਾਂ ਨੂੰ ਪਤਾ ਕਿ ਜਿਹੜੀ ਉਹੀ ਕਮੇਟੀ ਹੈ, ਜੋ ਅਸੀਂ ਮਰਜ਼ੀ ਹੈ ਕਹਿ ਦਈਏ, ਇਹਨਾਂ ਨੇ ਤਾਂ ਜੋ ਸਰਕਾਰ ਚਾਹੁੰਦੀ ਹੈ ਰਿਪੋਰਟ ਉਹੀ ਦੇਣੀ ਹੈ। ਔਰ ਉਹੀ ਰਿਪੋਰਟ ਜਿਹੜੀ ਹੈ ਜੀ ਹੁਣ ਆ ਗਈ। ਵਿਕਾਸ ਦੁਬੇ ਮਰ ਗਿਆ, ਮਰਾ ਗਿਆ, ਉਹ ਕੰਮ ਖਤਮ ਹੋ ਗਿਆ। ਪੁਲਿਸ ਹੁਣ ਭਲੀ ਮਾਨਸ ਸੱਚੀ ਹੈ, ਤੇ ਜੇ ਕੋਈ ਮਾੜਾ ਮੋਟਾ ਉਹਦੇ ਤੇ ਕਿੰਤੂ ਪ੍ਰੰਤੂ ਹੁੰਦਾ ਸੀ, ਆਹ ਕਮੇਟੀ ਦੀ ਰਿਪੋਰਟ ਨੇ ਉਹਨੂੰ ਐਨ ਬਿਲਕੁਲ ਉਹਦੀ ਦੁੱਤੋਤੀ ਦਾ ਦੇ ਦਿੱਤਾ ਹੈ ਜੀ ਸਰਟੀਫਿਕੇਟ। ਤੇ ਉਧਰ ਤਰਸ਼ੂਲ ਬਣ ਗਿਆ ਜੀ ਕਹਿੰਦੇ ਕੈਪਟਨ ਦੇ ਖਿਲਾਫ। ਆਹ ਤਰਸ਼ੂਲ ਤਾਂ ਵੈਸੇ ਪਹਿਲਾਂ ਹੀ ਬਣਿਆ ਹੋਇਆ ਸੀ, ਕਿਉਂਕਿ ਜੇ ਆਪਾਂ ਦੇਖੀਏ ਕੈਪਟਨ ਦੇ ਖਿਲਾਫ ਸ਼ੁਰੂ 'ਚ ਪ੍ਰਤਾਪ ਸਿੰਘ ਬਾਜਵੇ ਨੂੰ ਰੀਪਲੇਸ ਕਰਕੇ ਕੈਪਟਨ ਅਮਰਿੰਦਰ ਸਿੰਘ ਆਇਆ ਸੀ। ਤੇ ਜਦੋਂ ਪ੍ਰਤਾਪ ਸਿੰਘ ਬਾਜਵੇ ਨੇ ਅਸਲ 'ਚ ਪੰਗਾ ਆਪ ਹੀ ਲਿਆ ਸੀ। 2014 ਦੀ ਪਾਰਲੀਮੈਂਟ ਦੀ ਚੋਣ ਵੇਲੇ ਪ੍ਰਤਾਪ ਸਿੰਘ ਬਾਜਵੇ ਨੇ ਹੀ ਸੁਜੈਸਟ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜੀ ਲੜਾਓ ਜੀ ਅੰਮ੍ਰਿਤਸਰ ਤੋਂ, ਤੇ ਉਹਨੇ ਅੰਮ੍ਰਿਤਸਰ ਤੋਂ ਲੜਾ ਕੇ ਜਦੋਂ ਜੇਤਲੀ ਨੂੰ ਹਰਾਤਾ, ਉਹ ਪਾਵਰਫੁਲ ਹੋ ਗਿਆ ਤੇ ਬਾਜਵਾ ਹੋ ਗਿਆ ਕਮਜ਼ੋਰ। ਜੀ। ਉਹ ਪ੍ਰਧਾਨ ਬਣ ਗਿਆ।
ਸ਼ਮਸ਼ੇਰ ਸਿੰਘ ਦੂਲੋ ਦੀ ਹਾਲਤ ਇਹ ਹੈ ਕਿ ਸ਼ਮਸ਼ੇਰ ਸਿੰਘ ਪ੍ਰਤਾਪ ਸਿੰਘ ਬਾਜਵਾ ਤਾਂ ਗਰਮੀ ਖਾਂਦਾ ਸੀ ਕਿ ਮੇਰੀ ਪ੍ਰਧਾਨਗੀ ਖੋਲੀ ਜੀ ਜੀ ਚੀਫ ਮਿਨਿਸਟਰ ਮੈਂ ਬਣਨਾ ਸੀ ਤੇ ਚੀਫ ਮਿਨਿਸਟਰ ਕੈਪਟਨ ਬਣ ਗਿਆ। ਦੂਜਾ ਜੀ ਸ਼ਮਸ਼ੇਰ ਸਿੰਘ ਦੂਲੋ ਹੈ ਤੇ ਸ਼ਮਸ਼ੇਰ ਸਿੰਘ ਦੂਲੋ ਬਾਰੇ ਤੁਹਾਨੂੰ ਪਤਾ ਕਿ ਇਹਨੂੰ ਰਾਜ ਸਭਾ ਦੀ ਟਿਕਟ ਨਹੀਂ ਸੀ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ, ਔਰ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ਦੇ ਉੱਤੇ ਕਾਂਗਰਸ ਹਾਈ ਕਮਾਂਡ ਨੇ ਵੀ ਰਾਜ ਸਭਾ ਦੀ ਚੋਣ ਲੜਾਉਣ ਦਾ ਫੈਸਲਾ ਕਰ ਲਿਆ ਸੀ ਹੰਸਰਾਜ ਹੰਸ ਨੂੰ। ਜੀ ਬਾਅਦ ਦੇ ਵਿੱਚ ਫਿਰ ਉਹ ਜਾਤੀ ਆਧਾਰਿਤ ਜੋ ਰੌਲਾ ਰੱਪਾ ਪੈ ਗਿਆ ਤੇ ਉਹਨਾਂ ਨੇ ਆਪਣਾ ਫੈਸਲਾ ਬਦਲ ਕੇ ਤੇ ਇਹਨੂੰ ਸ਼ਮਸ਼ੇਰ ਸਿੰਘ ਦੂਲੋ ਨੂੰ ਕਰਤਾ ਤੇ ਇਹ ਦੋਨੋਂ ਬੰਦੇ ਪਹਿਲਾਂ ਤੋਂ ਹੀ ਉਲਟ ਸੀ। ਜੀ ਰਹਿ ਗਏ ਸੀਗੇ ਆਪਣੇ ਨਵਜੋਤ ਸਿੰਘ ਸਿੱਧੂ ਹੋਣੀ। ਨਵਜੋਤ ਸਿੰਘ ਸਿੱਧੂ ਦਾ ਜਦੋਂ ਮਹਿਕਮਾ ਬਦਲਤਾ ਸੀ ਜੀ ਤੇ ਉਹ ਮਹਿਕਮਾ ਬਦਲਣ ਦਾ ਕਾਰਨ ਵੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਅੱਖ ਜਿਹੜੀ ਹੈ ਬੜੇ ਲੰਬੇ ਸਮੇਂ ਤੋਂ ਵੱਡੀ ਕੁਰਸੀ ਤੇ ਕਿ ਵੱਡੀ ਕੁਰਸੀ ਮੈਨੂੰ ਮਿਲਣੀ ਚਾਹੀਦੀ ਹੈ। ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਆਮ ਆਦਮੀ ਪਾਰਟੀ ਵਾਲਿਆਂ ਨਾਲ, ਜੀ ਗੱਲ ਉੱਥੇ ਨਹੀਂ ਬਣੀ ਤੇ ਫਿਰ ਇੱਧਰ ਕਾਂਗਰਸ ਪਾਰਟੀ ਦੇ ਵਿੱਚ ਸੀ ਕਿ ਇੱਥੇ ਬਣ ਸਕਦੀ ਹੈ। ਡਿਪਟੀ ਮੁੱਖ ਮੰਤਰੀ ਵਾਲੀ ਗੱਲ ਸੀ, ਗੱਲ ਉਹ ਵੀ ਰਹਿ ਗਈ। ਜੀ ਲੋਕਲ ਬਾਡੀ ਦਾ ਮਹਿਕਮਾ ਦੇ ਦਿੱਤਾ ਸੀ ਪਰ ਇਨ ਦੀ ਮੀਨ ਟਾਈਮ ਆ ਗਈ ਪਾਰਲੀਮੈਂਟ ਦੀ ਇਲੈਕਸ਼ਨ। ਜੀ ਪੰਜਾਬ ਦੇ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਦੇ ਵਿੱਚ ਨਵਜੋਤ ਸਿੱਧੂ ਨੇ ਬਹੁਤੀ ਸਰਗਰਮੀ ਨਹੀਂ ਸੀ ਦਿਖਾਈ, ਪਰ ਜਦੋਂ ਸੋਨੀਆ ਗਾਂਧੀ ਦੀ ਬੇਟੀ ਪ੍ਰਿੰਕਾ ਗਾਂਧੀ ਬਠਿੰਡੇ ਆਈ ਹੈ ਤੇ ਉਦੋਂ ਨਵਜੋਤ ਸਿੱਧੂ ਵੀ ਉਹਦੇ ਨਾਲ ਹੈਲੀਕਾਪਟਰ ਤੇ ਆ ਗਿਆ ਸੀ। ਜੀ ਇੱਥੇ ਵੀ ਉਹਨਾਂ ਨੇ ਭਾਸ਼ਣ ਕੀਤਾ ਸੀਗਾ, ਬਣਵਾਇਆ। ਪ੍ਰਿੰਕਾ ਨੇ ਕਿਹਾ ਕਿ ਜੀ ਨਵਜੋਤ ਬੋਲੂਗਾ ਤੇ ਉਹ ਬੋਲਿਆ ਤੇ ਉਹਨੇ ਉਹਦੇ ਐਲਾਨ ਕਰ ਦਿੱਤਾ ਸੀ ਕਿ ਮੈਂ ਬਾਦਲਾਂ ਦੀ ਨੂੰਹ ਨੂੰ ਹਰਾਉਣ ਵਾਸਤੇ ਜੀ ਇੱਥੇ ਟਾਈਮ ਹੋਰ ਵੀ ਕੱਢੂੰਗਾ। ਜੀ ਅਖੀਰ 2019 ਦੇ ਵਿੱਚ ਇੱਕ ਦਿਨ ਉਹ ਟਾਈਮ ਕੱਢ ਕੇ ਆ ਗਿਆ ਜੀ। ਲੰਬੀ ਬੋਲਿਆ, ਬਠਿੰਡੇ ਬੋਲਿਆ, 2-3 ਥਾਵਾਂ ਤੇ ਬੋਲਿਆ। ਇੱਥੇ ਆ ਕੇ ਜਿਹੜਾ ਹੈਗਾ ਉਹਨੇ ਕੈਪਟਨ ਅਮਰਿੰਦਰ ਸਿੰਘ ਨਾਲ ਤਾਂ ਲਈ ਕੱਢ, ਕਹਿੰਦਾ ਜੀ 25-75 ਦੀ ਹਿੱਸੇਬਾੜੀ ਹੈ ਜੀ ਜੀ ਇਹਨਾਂ ਦੀ ਆਪਸੀ, ਪਰ ਉਹਦੀ ਜਿਹੜੀ ਉਹ ਬੋਲਬਾਣੀ ਸੀ ਉਹਨੇ ਰਾਜਾ ਬੜਿੰਗ ਜਿਹੜੀ ਹੈ ਉਹਦਾ ਚਾਂਸਸ ਖਤਮ ਕਰਤੇ। ਰਾਜਾ ਬੜਿੰਗ ਗਿਆ ਹਾਰ। ਕੈਪਟਨ ਅਮਰਿੰਦਰ ਸਿੰਘ ਨੇ ਨਾਲ ਦੀ ਨਾਲ ਹੀ ਉਹਨੇ ਦਾ ਮਹਿਕਮਾ ਬਦਲਤਾ। ਮੁੱਖ ਮੰਤਰੀ ਸੀ, ਉਹਦੇ ਪ੍ਰੀਵਿਊ 14 ਸੀ ਜੀ। ਮਹਿਕਮਾ ਬਦਲਣ ਤੋਂ ਬਾਅਦ ਉਹ ਨਾਰਾਜ਼ ਚੱਲਿਆ ਰਹੇ। ਨਾਰਾਜ਼ਗੀ ਵਾਹਵਾ ਸੀ, ਪਹਿਲਾਂ ਵੀ ਉਹ ਟਵੀਟੀ ਹੁੰਦਾ ਸੀ, ਟਵੀਟ ਰਾਹੀਂ ਕਦੇ ਕੁਛ ਕਰਤਾ ਕਦੇ ਕੁਛ ਕਰਤਾ। ਲੇਕਿਨ ਜਦੋਂ ਹਰੀਸ਼ ਰਾਵਤ ਪੰਜਾਬ ਦਾ ਇੰਚਾਰਜ ਬਣ ਗਿਆ ਉਹਨੇ ਕੋਸ਼ਿਸ਼ ਕੀਤੀ ਕਿ ਦੋਨਾਂ ਦਾ ਬੈਠ ਬਿਠਾਵਾ ਕਰਵਾ ਦਿੱਤਾ ਜਾਵੇ। ਸ਼ੁਰੂਆਤ ਹੁੰਦੀ ਹੈ ਬੱਧਨੀ ਕਲਾਂ ਤੋਂ, ਜਦੋਂ ਰਾਹੁਲ ਗਾਂਧੀ ਆਇਆ ਸੀ ਟਰੈਕਟਰ ਮਾਰਚ ਕੀਤਾ ਸੀ ਕਿਸਾਨੀ ਮੁੱਦਿਆਂ ਨੂੰ ਲੈ ਕੇ, ਲੇਕਿਨ ਉੱਥੇ ਵੀ ਉਹਨੇ ਜਿਸ ਕਿਸਮ ਦਾ ਉਹਨੇ ਆਪਣੇ ਤੇਵਰ ਦਿਖਾਏ ਉਹਦਾ ਨਤੀਜਾ ਇਹ ਹੋਇਆ ਸੀ ਕਿ ਰਾਹੁਲ ਨੂੰ ਵੀ ਅਹਿਸਾਸ ਹੋ ਗਿਆ ਕਿ ਇਹਨਾਂ ਤਿਲਾਂ 'ਚ ਨਹੀਂ ਤੇਲ ਤੇ ਇਹਨਾਂ ਢੀਡਾਂ 'ਚ ਇੰਨੀ ਕਪਾਹ ਕੱਢਾਂਗੇ ਆਪਾਂ ਕੀ, ਕਿਉਂਕਿ ਉਹਨੇ ਸੁੱਖੀ ਰੰਧਾਵੇ ਨੂੰ ਜਿਹੜਾ ਹੈਗਾ ਬੜਾ ਮਤਲਬ ਤਵੱਜੋ ਨਹੀਂ ਦਿੱਤੀ। ਸੁੱਖੀ ਰੰਧਾਵੇ ਦੇ ਪ੍ਰਤੀ ਬੜੇ ਨਕਾਰਾਤਮਕ ਸ਼ਬਦ ਇਸਤੇਮਾਲ ਕੀਤੇ। ਸੁੱਖੀ ਰੰਧਾਵੇ ਦਾ ਕਸੂਰ ਕੀ ਸੀ ਕਿ ਹਰੀਸ਼ ਰਾਵਤ ਨੇ ਇੱਕ ਚਿੱਠ ਫੜਾਤੀ ਕਿ ਜੀ ਟਾਈਮ ਅੱਗੇ ਜਾਣਾ ਤੇ ਭਾਸ਼ਣ ਜਿਹੜਾ ਹੈਗਾ ਥੋੜਾ ਜਿਹਾ ਤੁਸੀਂ ਕੱਟ ਕਰੋ। ਉਹਨੇ ਜਾ ਕੇ ਮੂਹਰੇ ਰੱਖਤੀ, ਉਹਨੂੰ ਕਹਿੰਦਾ ਲੈ ਜਾ ਪਾਸੇ, ਕਿਉਂ ਤੁਸੀਂ ਕਹਿੰਦਾ ਮੈਨੂੰ ਅੱਜ ਬੋਲ ਲੈਣ ਦਿਓ, ਮੈਨੂੰ ਐ ਨਹੀਂ ਕਰ ਦਿੰਦੇ, ਤੁਸੀਂ ਮੈਨੂੰ ਹਟਾਈ ਜਾਂਦੇ ਹੋ। ਉਹਦਾ ਮੇਰੀ ਨਹੀਂ ਜੀ, ਤਾਂ ਹਰੀਸ਼ ਰਾਵਤ ਦੀ ਹੈ ਭਾਈ, ਮੇਰੇ ਤੇ ਨਾ ਗੁੱਸਾ ਕਰ। ਅਗਲੇ ਦਿਨ ਜਿਹੜਾ ਹੈਗਾ ਕੋਈ ਬਹੁਤਾ ਮੂੰਹ ਨਾ ਲਾਇਆ ਰਾਹੁਲ ਗਾਂਧੀ ਨੇ ਤੇ ਵਾਪਸ ਆ ਕੇ ਘਰੇ ਫਿਰ ਬਹਿ ਗਿਆ। ਫਿਰ ਕੋਸ਼ਿਸ਼ ਕੀਤੀ ਹਰੀਸ਼ ਰਾਵਤ ਨੇ, 2-3 ਮੀਟਿੰਗਾਂ ਹੋ ਗਈਆਂ, 2 ਵਾਰੀ ਚਾਹ ਪਾਣੀ ਦੀ ਸਾਂਝ ਵੀ ਪੈ ਗਈ, ਰੋਟੀ ਵੀ ਖਾ ਲਈ। ਉੱਥੇ ਤਸਵੀਰਾਂ ਤਾਂ ਐ ਲੱਗਦੀਆਂ ਸੀ ਜਿਵੇਂ ਬਾਪ ਬੇਟਾ ਹੁੰਦੇ। ਪਰ ਹੁਣ ਜਦੋਂ ਆ ਤੁਹਾਡਾ ਪੈ ਗਿਆ ਬਾਈਬਲ ਆਪਣਾ ਕੋਟਕਪੂਰਾ ਕਾਂਡ ਵਾਲਾ ਫੈਸਲਾ ਆ ਗਿਆ ਤੇ ਉਹ SIT ਭੰਗ ਕਰਤੀ, ਮੌਕਾ ਫਿਰ ਉਹਨੂੰ ਮਿਲ ਗਿਆ ਤੇ ਫਿਰ ਬੰਦਾ ਮੌਕੇ ਦਾ ਤਾਂ ਉਹਨੇ ਫਾਇਦਾ ਉਠਾਉਣਾ ਹੀ ਹੈ ਜੀ। ਉਹਦੇ ਤੇ ਉਹਨੇ ਚਾਂਦਮਾਰੀ ਕੀਤੀ ਟੇਢੇ ਢੰਗ ਨਾਲ। ਉਹ ਟੇਢੇ ਢੰਗ ਨਾਲ ਚਾਂਦਮਾਰੀ ਕੀਤੀ। ਦੇਖੋ ਜੀ ਅਸੀਂ ਗੁਰੂ ਦਾ ਨਹੀਂ ਕਰ ਸਕੇ ਜੀ, ਵਾਲਾਨਾ ਜੀ, ਤਿਮਕਾ ਜੀ, ਅਮਕਾ ਜੀ ਵੱਖਰੀ ਹੈ। ਹੁਣ ਉਹਨੇ ਜਿਹੜੀ ਤਾਜ਼ਾ ਟਵੀਟ ਕਰਤਾ ਜੀ, ਤਾਜ਼ਾ ਟਵੀਟ ਦੇ ਵਿੱਚ ਉਹ ਕਹਿੰਦਾ ਨਾ ਤਾਂ ਕਸੂਰ ਸਰਕਾਰ ਦਾ ਤੇ ਨਾ ਕਸੂਰ ਆ ਪਾਰਟੀ ਦਾ। ਕਸੂਰ ਕਹਿੰਦਾ ਇੱਕ ਬੰਦੇ ਦਾ ਜਿਹੜਾ ਕਹਿੰਦਾ ਬਾਦਲਾਂ ਦੇ ਨਾਲ ਰਲਿਆ ਹੋਇਆ। ਅੱਛਾ, ਬਾਦਲਾਂ ਦਾ ਨਾਂ ਨਹੀਂ ਲਿਆ, ਦੋਸ਼ੀਆਂ ਦੇ ਨਾਲ ਰਲਿਆ। ਦੋਸ਼ੀ ਬੰਦਾ ਉਦੋਂ ਬਣਦਾ ਜਦੋਂ ਅਦਾਲਤ ਕਹਿ ਦਿੰਦੀ, ਉਦੋਂ ਮੁਲਜ਼ਮ ਕਹਿਣਾ ਚਾਹੀਦਾ ਸੀ ਉਹਨੂੰ ਸ਼ਬਦ, ਉਹਨੇ ਪਰ ਦੋਸ਼ੀ ਕਹਿਤਾ ਜਾਂ ਆਰੋਪੀ ਕਹਿ ਦਿੰਦਾ। ਆਰੋਪੀ ਤਾਂ ਹਿੰਦੀ ਦਾ ਆ ਗਿਆ ਨਾ, ਪੰਜਾਬੀ ਦੇ ਵਿੱਚ ਆਪਣਾ ਜਿਹੜਾ ਚੱਲਤ ਹੈ ਪ੍ਰਚਲਿਤ ਹੈ ਉਹ ਮੁਲਜ਼ਮ ਹੈ। ਮੁਲਜ਼ਮ ਉਹ ਹੁੰਦਾ ਜਦੋਂ ਬੰਦਾ ਅਜੇ ਟ੍ਰਾਇਲ ਨੂੰ ਫੇਸ ਕਰ ਰਿਹਾ ਹੋਵੇ, ਜਿਹਦਾ ਅਜੇ ਤੱਕ ਕਾਗਜ਼ਾਂ ਪੱਤਰਾਂ 'ਚ ਨਾ ਆਇਆ ਹੋਵੇ ਪਰ ਕੋਰਟ ਨੇ ਕਨਵਿਕਟ ਨਾ ਕੀਤਾ ਹੋਵੇ। ਜਦੋਂ ਕੋਰਟ ਕਨਵਿਕਟ ਹੋ ਜਾਂਦੀ ਹੈ ਫਿਰ ਮੁਲਜ਼ਮ ਤੋਂ ਮੁਲਜ਼ਮ ਬਣ ਜਾਂਦਾ। ਉਹ ਮੁਲਜ਼ਮ ਕਹਿ ਸਕਦੇ ਸੀ ਪਰ ਉਹਨੇ ਕਹਿ ਦਿੱਤਾ ਜੀ ਉਹ ਦੋਸ਼ੀਆਂ ਦੇ ਨਾਲ ਜਿਹੜਾ ਮਿਲਿਆ ਹੋਇਆ ਬੰਦਾ, ਉਹ ਹੁਣ ਬੰਦੇ ਦਾ ਨਾਂ ਨਹੀਂ ਦੱਸ ਰਿਹਾ ਕਿ ਉਹ ਬੰਦਾ ਕੈਪਟਨ ਅਮਰਿੰਦਰ ਸਿੰਘ ਹੈ ਕਿ ਅਤੁਲ ਨੰਦ ਹੈ ਜੀ, ਉਹ ਕੌਣ ਹੈ। ਉਹਨੇ ਆਪਣੀ ਗੱਲ ਇੱਥੇ ਮੁਕਾਤੀ। ਇਹ ਤੋਂ ਬਾਅਦ ਜਿਹੜੀ ਅਗਲੀ ਆਉਂਦੀ ਹੈ ਫਿਰ ਵਾਰੀ ਦੀ, ਉਹ ਪ੍ਰਤਾਪ ਸਿੰਘ ਬਾਜਵਾ ਦੀ ਆ ਜਾਂਦੀ ਹੈ। ਪ੍ਰਤਾਪ ਸਿੰਘ ਬਾਜਵਾ ਕਹਿੰਦਾ ਜੀ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਦੱਸਿਆ ਕਿ 55 ਲੱਖ ਰੁਪਈਆ ਜਿਹੜਾ ਖਰਚਾ ਆਉਂਦਾ ਰਿਹਾ, ਜਿਹੜਾ ਪ੍ਰਾਈਵੇਟ ਵਕੀਲਾਂ ਨੂੰ ਪੈਸਾ ਦਿੱਤਾ ਹੈ, ਇੱਕ ਇੰਨਾ ਪੈਸਾ ਕਿਵੇਂ ਦੇਤਾ ਜੀ, ਕੀ ਕੀਤਾ ਸਰਕਾਰੀ ਖਜ਼ਾਨੇ 'ਚ, ਇਹਦਾ ਵਾਈਟ ਪੇਪਰ ਜਾਰੀ ਕਰ ਦਿਓ ਜੀ। ਵੈਸੇ ਪਹਿਲੀ ਵਾਰੀ ਦੇਖਿਆ ਕਿ ਵਿਰੋਧੀ ਪਾਰਟੀਆਂ ਵਾਲੇ ਵਾਈਟ ਪੇਪਰ ਦੀ ਮੰਗ ਕਰਦੇ, ਇੱਧਰ ਆਪਦੇ ਵਾਲੀ ਮੰਗੀ ਜਾਂਦੇ ਆਪ ਦੀ ਹੋਈ ਹੈ। ਤੇ ਸ਼ਮਸ਼ੇਰ ਸਿੰਘ ਦੂਲੋ ਦਾ ਤੁਹਾਨੂੰ ਪਤਾ ਹੀ ਵੀ ਉਹਦਾ ਤਾਂ ਵੱਖਰਾ ਹੀ ਰਾਗ ਹੁੰਦਾ, ਵੱਖਰਾ ਰਾਗ ਉਹਨੇ ਅਲਾਪਤਾ। ਹੁਣ ਮੈਨੂੰ ਹੀ ਉਹ ਲੱਗਦੀ ਹੈ ਕਿ ਸ਼ਾਇਦ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕਰ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਦੁਬਾਰਾ ਰਿਪੀਟ ਨਹੀਂ ਕਰਨਾ।
ਅੱਛਾ, ਮਨ ਬਣਾ ਲਿਆ। ਉਹਨਾਂ ਨੇ ਮਨ ਬਣਾ ਲਿਆ ਕਿਉਂਕਿ ਜਿਸ ਕਿਸਮ ਦੇ ਹਾਲਾਤ ਬਣੇ ਵੀ ਹੈ ਕਿ 3 ਬੰਦੇ ਤੇ ਤਿੰਨੇ ਹੀ ਹਾਈ ਕਮਾਂਡ ਦੇ ਨੇੜੇ ਹੈ ਤੇ ਤਿੰਨੇ ਹੀ ਦੱਬੀ ਆਉਂਦੇ ਤਿੰਨੇ ਕੰਮ। ਬੰਦੇ ਉਹਦੇ ਤੇ ਕੈਪਟਨ ਤੇ ਕਰਦੇ ਆ ਜਿਹੜੀ ਹੈਗੀ ਕਿੰਤੂ ਪਰੰਤੂ ਚਾਂਦਮਾਰੀ ਕਰਦੇ ਆ। ਚਲੋ ਬੇਚੈਨੀ ਤਾਂ ਉਹਦੇ ਆਪਣੇ ਐਮਐਲਏ ਦੇ ਵਿੱਚ ਵੀ ਹੈ। ਗਲਤੀਆਂ ਕੈਪਟਨ ਅਮਰਿੰਦਰ ਸਿੰਘ ਦੀਆਂ ਬਣ ਗਈਆਂ। ਉਹਨੇ ਅਤੁਲ ਨੰਦਾ ਨੂੰ ਕਿਉਂ ਇਹਨਾਂ ਸਿਰ ਤੇ ਚੜਾਇਆ ਪਿਆ? ਅਤੁਲ ਨੰਦੇ ਨੂੰ ਜਾਂ ਤਾਂ ਉਹ ਕਹੇ ਵੀ ਮੇਰੀ ਮਰਜ਼ੀ ਨਾਲ ਕਰਦਾ, ਜੇ ਮਰਜ਼ੀ ਨਾਲ ਨਹੀਂ ਕਰਦਾ ਹੁਣ ਤੱਕ ਉਹਨੂੰ ਗੱਡੀ ਚੜਾ ਚੜਾਵੇ। ਹਾਂ, ਚੱਲੇ ਭਾਈ ਜਾ, ਹਾਂ ਪਾਸੇ ਹੋ ਜਾਏ। ਜੇ ਮਤਲਬ ਉਹ ਉਹਦੀਆਂ ਆਪਦੀਆਂ ਗਲਤੀਆਂ ਵੀ ਹੈ ਪਰ ਬੇਚੈਨੀ ਉਹਦੇ ਕੈਂਪ ਦੇ ਵਿੱਚ ਵੀ ਹੈ। ਪਰ ਜੇ ਆਪਾਂ ਕਹਿ ਦਈਏ ਉਹ ਐਡਾ ਕਮਜ਼ੋਰ ਹੋ ਗਿਆ, ਅਜੇ ਤੱਕ ਉਹ ਇੰਨਾ ਕਮਜ਼ੋਰ ਨਹੀਂ ਹੋਇਆ। ਇੰਨੀ ਕੁ ਗੱਲ ਜ਼ਰੂਰ ਹੈ ਕਿ ਉਹ ਆਪਦੀ ਸਰਕਾਰ ਤਾਂ ਉਹਨਾਂ ਦੀ ਭਾਵੇਂ ਬਣੇ ਨਾ ਬਣੇ ਜੀ, ਜਿਸ ਢੰਗ ਦੇ ਨਾਲ ਉਹਨੂੰ ਇਰੀਟੇਟ ਕਰੀ ਜਾਂਦੇ ਆ, ਮੇਰਾ ਖਿਆਲ ਹੈ ਵੀ ਉਹ ਇਹ ਚੋਣਾਂ ਤੋਂ ਪਹਿਲਾਂ ਸ਼ਾਇਦ ਇਹਨਾਂ ਦੇ ਭਾਂਡੇ 'ਚ ਖਿੱਲਰ ਨਾ ਜਾਣ। ਤੇ ਜੇ ਭਾਂਡੇ ਖਿੱਲਰ ਗਏ ਤੇ ਸੰਭਾਵਨਾ ਇਹ ਵੀ ਬਣਦੀ ਹੈ ਵੀ ਕਾਂਗਰਸ ਪਾਰਟੀ ਟੁੱਟ ਵੀ ਸਕਦੀ ਹੈ ਜੀ। ਤੇ ਹੁਣ ਉਹ ਜਿਵੇਂ ਬੀਬੀ ਨਵਜੋਤ ਕੌਰ ਸਿੱਧੂ ਦਾ ਬਿਆਨ ਆ ਗਿਆ, ਉਹੀ ਜਿਹੜੇ ਤੌਰ ਤਰੀਕੇ ਕੈਪਟਨ ਅਮਰਿੰਦਰ ਸਿੰਘ ਦੇ ਹੁੰਦੇ ਸੀ। ਕੈਪਟਨ ਅਮਰਿੰਦਰ ਸਿੰਘ ਨੇ ਜਾਟ ਮਹਾਸਭਾ ਦਾ ਬਣ ਗਿਆ ਸੀ ਕੌਮੀ ਪ੍ਰਧਾਨ। ਜੀ ਜੀ ਬਿਲਕੁਲ। ਤੇ ਇਹਨੇ ਇੱਕ ਪੈਰਲਲ ਆਪਣਾ ਜਾਟ ਮਹਾਸਭਾ ਦਾ ਸਿਲਸਿਲਾ ਸ਼ੁਰੂ ਕਰਤਾ ਸੀ। ਹੁਣ ਜਿਹੜਾ ਹਰਪਾਲ ਸਿੰਘ ਹੈ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾਟ ਮਹਾਸਭਾ ਦਾ ਜੀ, ਪਹਿਲਵਾਨ ਹੈ ਉਹਨੇ ਬੀਬੀ ਨਵਜੋਤ ਕੌਰ ਸਿੱਧੂ ਨੂੰ ਡਾਕਟਰ ਸਾਹਿਬਾਂ ਨੂੰ ਬਣਾਤਾ ਜੀ ਪੰਜਾਬ ਦੀ ਪ੍ਰਧਾਨ, ਇਸਤਰੀ ਵਿੰਗ ਦੀ ਇਹਨਾਂ ਦੀ। ਤੇ ਉਹ ਬੀਬੀ ਕਹਿੰਦੀ ਮੈਂ ਹਰ ਹਲਕੇ 'ਚ ਤੇ ਹਰ ਪੋਲਿੰਗ ਬੂਥ ਤੱਕ ਜਿਹੜੀ ਹੈਗੀ ਉਹ ਬਣਾਉਂਗੀ, ਆਪਦੇ ਜਥੇਬੰਦੀ ਬਣਾਉਂਗੀ ਜੀ। ਤੇ ਜਥੇਬੰਦੀ ਉਹ ਬਣਦੀ ਹੈ ਤੇ ਜਥੇਬੰਦੀ ਉਹਦੇ ਕੋਲੇ ਵੀ ਹੈਗੀ ਹੈ। ਇਹ ਮਤਲਬ ਇਸ ਢੰਗ ਦਾ ਇਹ ਲੱਗਦਾ ਹੈ ਕਿ ਹੁਣ ਇਹ ਫੈਸਲਾ ਕਰ ਲਿਆ। ਵੈਸੇ ਹਰੀਸ਼ ਰਾਵਤ ਕਹਿੰਦੇ ਜੀ ਕਰੋਨਾ ਤੋਂ ਪੀੜਤ ਸੀਗਾ ਤੇ ਉਹ ਪਿਆ ਤੇ ਉਹਨੇ ਕਿਹਾ ਵੀ ਮੈਂ ਠੀਕ ਹੋ ਕੇ ਆ ਜਾਊਂਗਾ ਤੇ ਫਿਰ ਮੈਂ ਆ ਕੇ ਵਿੱਚ ਵਿਚਾਲਾ ਕਰਾਊਂਗਾ। ਇਹ ਤਾਂ ਜਦ ਤੱਕ ਕਾਂਗਰਸ ਪਾਰਟੀ ਹੁਣੀ ਆਪਦਾ ਵਿੱਚ ਵਿਚਾਲਾ ਕਰਾ ਲੇ ਤੇ ਨਹੀਂ ਤਾਂ ਫਿਰ ਜਿਹੜੀ ਹੈਗੀ ਇਸ ਘਰ ਕੋ ਅੱਗ ਲੱਗੀ ਘਰ ਕੇ ਚਿਰਾਗ ਸੇ ਦਿਸੀ ਜਾਂਦੇ ਆਪਾਂ ਕਿ ਗਲਤੀਆਂ ਤਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ਤੱਕ ਟੰਗਿਆ ਕਿਉਂ ਨਹੀਂ ਗਿਆ? ਕਿੱਥੇ ਗਲਤੀਆਂ ਉਹਦੀਆਂ ਹੈਗੀਆਂ ਅਤੁਲ ਨੰਦਾ ਦੀਆਂ ਜਾਂ ਤੁਹਾਡੀਆਂ ਆਪਦੀ ਅੰਦਰ ਕੋਈ ਕਾਰਵਾਈ ਹੈ ਉਹ ਆਪਦੀ ਥਾਂ ਦੇ ਉੱਤੇ ਜੀ ਜੀ ਜੀ, ਉਹਦੇ ਤੋਂ ਅਸੀਂ ਤੁਹਾਨੂੰ ਮਾਫ ਨਹੀਂ ਕਰਾਂਗੇ। ਪਰ ਜਿਸ ਢੰਗ ਦੇ ਨਾਲ ਇਹ 3 ਸੱਜਣ ਚਾਂਦਮਾਰੀ ਕਰਦੇ ਆ ਉਹਦੇ ਤੋਂ ਲੱਗਦਾ ਇਹ ਹੈ ਕਿ ਸੁਖਣੀ ਬਾਹਰਲੇ ਵਿਹੜੇ ਕੁੱਤੀਆਂ ਭੌਂਕਦੀਆਂ। ਸੋ ਬਹੁਤ ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਸ਼ੁਕਰੀਆ, ਧੰਨਵਾਦ ਤੁਹਾਡਾ। ਸੋ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮਾਂ ਨੂੰ YouTube ਚੈਨਲ ਅਤੇ Facebook ਪੇਜ 'ਤੇ ਵੀ ਸੁਣ ਸਕਦੇ ਹੋ ਅਤੇ ਕਮੈਂਟ ਜ਼ਰੂਰ ਕਰਨਾ ਜੀ, ਲਾਈਕ ਵੀ ਜ਼ਰੂਰ ਕਰਨਾ। ਰੇਡੀਓ ਪੰਜਾਬ ਟੁਡੇ ਦਾ Facebook ਪੇਜ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰੋ ਜੀ। ਇਹਨੂੰ 5 ਲੱਖ ਦੇ ਟੀਚੇ 'ਤੇ ਆਪਾਂ ਪਹੁੰਚਾਉਣਾ, ਉਹਦੇ ਲਈ ਤੁਹਾਡਾ ਯੋਗਦਾਨ ਬਹੁਤ ਜ਼ਰੂਰੀ ਹੈ।